ਤੁਹਾਡੇ ਨਾਲ ਕਦੀ ਹੋਇਆ ਕਿ ਹਾਂ ਤੁਸੀਂ ਬੁਰੇ ਦੇ ਸ਼ਿਕਾਰ ਹੋਏ ਹੋ ਜਾਂ ਕਿਸੇ ਨੇ ਕੋਈ ਟਿੱਕਾ ਟਿੱਪਣੀ ਕੀਤੀ ਹੋਵੇ? ਕਈ ਹੁੰਦੇ ਸੀ ਜਿਹੜੇ ਮਜ਼ਾਕ ਉਡਾਉਂਦੇ ਸੀਗੇ ਜਾਂ ਤੁਸੀਂ ਕਿਸੇ ਨਾਲ ਪਿਆਰ ਨਾਲ ਗੱਲ ਕਰੋ ਉਹ ਫਿਰ ਵੀ ਅੱਗੇ ਗਲਤ ਬੋਲਦੇ ਸੀਗੇ। ਦਸਤਾਰ ਬੰਨ੍ਹ ਕੇ ਜਾਂਦੇ ਹੁੰਦੇ ਸੀ, ਉਹਨਾਂ ਨੇ ਸਾਨੂੰ ਕਹਿਣਾ ਕਿ ਰਦੇਨ ਦੀ ਫੈਮਿਲੀ ਵਿੱਚੋਂ ਆ ਤੁਸੀਂ। ਟਰੱਕਿੰਗ ਇੰਡਸਟਰੀ ਅੱਜ ਦੇ ਹਾਲਾਤਾਂ 'ਚ ਕਿੱਥੇ ਖੜੀ ਹੈ? ਚੱਲ ਤਾਂ ਬੈਠ ਹੀ ਰਿਹਾ ਹੈਗਾ ਵਾ, ਜਿਸ ਤਰ੍ਹਾਂ ਅੱਗੋਂ ਸਮਾਂ ਇਸ ਟਾਈਮ ਟਰੱਕਿੰਗ ਦੇ ਉੱਤੇ ਚੱਲ ਰਿਹਾ ਹੈਗਾ। ਨਵੇਂ ਬੰਦੇ ਨੂੰ ਨਵਾਂ ਟਰੱਕ ਲੈਣਾ ਚਾਹੀਦਾ ਹੈਗਾ ਕਿਉਂਕਿ ਉਹਨੂੰ ਐਕਸਪੀਰੀਅੰਸ ਘੱਟ ਹੁੰਦਾ ਵਾ। ਟਰੱਕਿੰਗ ਇੰਡਸਟਰੀ ਵਿੱਚ ਟੈਕਨੋਲੋਜੀ ਕਿੰਨੀ ਪ੍ਰਭਾਵਸ਼ਾਲੀ ਹੈ? ਟੈਕਨੋਲੋਜੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵਾ। ਮੈਂ ਕਾਫੀ ਫੋਕਸ ਕੀਤਾ ਟੈਕਨੋਲੋਜੀ ਉੱਤੇ ਕਿ ਉਹਦੇ ਵਿੱਚ ਕੰਮ ਕਾਫੀ ਸੌਖਾ ਹੋਇਆ। ਜੇ ਆਪਾਂ ਉਹਨੂੰ ਸਹੀ ਤਰ੍ਹਾਂ ਯੂਟਿਲਾਈਜ਼ ਕਰੀਏ ਤੇ ਬੜੇ ਫਾਇਦੇ ਨੇ। ਪਿਛਲੇ ਕੁਝ ਸਾਲਾਂ ਵਿੱਚ ਦੇਖਿਆ ਜਾਂਦਾ ਮਿਸ ਹੈਪਨਿੰਗਸ ਜਿਹੜੀਆਂ ਨੇ, ਐਕਸੀਡੈਂਟ ਜਿਹੜੇ ਨੇ ਬਹੁਤ ਜ਼ਿਆਦਾ ਵਧੇ ਨੇ। ਉਹਦਾ ਤੁਸੀਂ ਮੇਨ ਕਾਰਨ ਕੀ ਮੰਨਦੇ ਹੋ? ਟ੍ਰੇਨਿੰਗ ਦੀ ਘਾਟ ਵੀ ਆ। ਕੁਝ ਬੱਚੇ ਅੱਜ ਕੱਲ੍ਹ ਫੋਨ ਬਹੁਤ ਜ਼ਿਆਦਾ ਯੂਜ਼ ਕਰਦੇ ਹੈਗੇ ਆ। ਚੱਲਦਿਆਂ ਹੋਇਆਂ ਤੇ ਵੀਡੀਓ ਦੇਖਣੀ, ਟੈਕਸਟ ਮੈਸੇਜ ਕਰਨੇ, ਉਸ ਟਾਈਮ ਸਮਝ ਲਓ ਵੀ ਤੁਹਾਨੂੰ 90% ਚਾਂਸ ਹੈਗਾ ਵੀ ਕੋਈ ਹੈਪਨ ਹੋਣ ਦਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। मैं हाँ भुलंदर सिंह विरमानी। प्रोग्राम सिख हाई फ्लावर ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਔਰ ਅੱਜ ਮੈਂ ਪਹੁੰਚਿਆ ਹੋਇਆ ਲਾਸ ਐਂਜਲਸ ਤੋਂ ਥੋੜੀ ਹੀ ਦੂਰ ਤੇ ਇੱਕ ਸ਼ਹਿਰ, ਬੜਾ ਹੀ ਸੋਹਣਾ ਸ਼ਹਿਰ, ਛੋਟਾ ਜਿਹਾ ਸ਼ਹਿਰ ਸਥਾਪਿਤ ਹੈ ਜਿਸ ਦਾ ਨਾਮ ਹੈ ਫੌਂਟਾਨਾ। ਔਰ ਇੱਥੇ ਇੱਕ ਬੜੀ ਵੱਡੀ ਕੰਪਨੀ ਹੈ ਹੀਰਾ ਟਰਾਂਸਪੋਰਟ, ਔਰ ਉਹਨਾਂ ਦੇ ਜਿਹੜੇ ਓਨਰਸ ਨੇ ਅੱਜ ਮੇਰੇ ਨਾਲ ਮੌਜੂਦ ਨੇ। ਖਾਸ ਗੱਲ ਇਹ ਹੈ ਕਿ ਇਹ ਜਿਹੜੇ ਦੋ ਸ਼ਖਸ ਮੇਰੇ ਨਾਲ ਬੈਠੇ ਨੇ ਇਹ ਪਿਓ ਪੁੱਤਰ ਦੀ ਜੋੜੀ ਹੈ। ਜੀ ਹਾਂ, ਪਿਓ ਪੁੱਤਰ ਦੀ ਜੋੜੀ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ। ਸਭ ਤੋਂ ਪਹਿਲਾਂ ਤਾਂ ਸਰਦਾਰ ਅਵਤਾਰ ਸਿੰਘ ਜੀ, ਪਿਤਾ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ, ਜੋ ਕਿ ਹੀਰਾ ਟਰਾਂਸਪੋਰਟ ਦੇ ਮੇਨ ਓਨਰ ਨੇ। ਅਵਤਾਰ ਸਿੰਘ ਜੀ, ਬਹੁਤ ਬਹੁਤ ਸਵਾਗਤ। ਥੈਂਕ ਯੂ। ਔਰ ਨਾਲ ਹੀ ਉਹਨਾਂ ਦੇ ਯੰਗ ਜਿਹੜੇ ਬੇਟੇ ਨੇ ਹੀਰਾ ਸਿੰਘ, ਜਿਨ੍ਹਾਂ ਦੇ ਨਾਮ ਤੇ ਹੀਰਾ ਟਰਾਂਸਪੋਰਟ ਹੈ, ਸਾਡਾ ਮੌਜੂਦ ਨੇ। ਹੀਰਾ ਸਿੰਘ, ਬਹੁਤ ਬਹੁਤ ਸਵਾਗਤ। ਸੋ ਅਵਤਾਰ ਸਿੰਘ ਚੰਦੀ ਔਰ ਹੀਰਾ ਸਿੰਘ ਚੰਦੀ ਅੱਜ ਸਾਡੇ ਨਾਲ ਮੌਜੂਦ ਨੇ। ਥੈਂਕ ਯੂ। ਅਵਤਾਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਧੰਨਵਾਦ, ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੈਗਾ। ਹੀਰਾ ਸਿੰਘ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਸਭ ਤੋਂ ਪਹਿਲਾਂ ਤਾਂ ਹੀਰਾ ਜੀ, ਇੱਥੇ ਜ਼ਿੰਦਗੀ ਕਿਸ ਤਰ੍ਹਾਂ ਸ਼ੁਰੂ ਕੀਤੀ? ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਿੱਖੀ ਬਾਣੇ ਵਿੱਚ ਰਹਿ ਕੇ ਆਪਣੇ ਆਪ ਨੂੰ ਅੱਗੇ ਵਧਾਉਣਾ ਔਰ ਦੂਸਰਾ ਦੇ ਨਾਲ ਮੁਕਾਬਲੇ ਵਿੱਚ ਖੜੇ ਹੋਣਾ ਔਰ ਆਪਣੀ ਇੱਕ ਕੰਪਨੀ ਸਥਾਪਿਤ ਕਰਨਾ। ਔਰ ਅੱਜ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਸਾਡੀ ਹੀ ਕਮਿਊਨਿਟੀ ਜਿਹੜੀ ਹੈ ਸਿਰਫ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੀ, ਬਲਕਿ ਗੋਰਿਆਂ ਨੂੰ ਵੀ ਆਪਣੀ ਜੌਬ ਦੇ ਰਹੀ ਹੈ, ਬਲੈਕ ਕਮਿਊਨਿਟੀ ਨੂੰ ਵੀ ਜੌਬ ਦੇ ਰਹੀ ਹੈ। ਬਹੁਤ ਸੋਹਣਾ ਲੱਗਦਾ, ਬਹੁਤ ਵਧੀਆ ਲੱਗਦਾ, ਬਹੁਤ ਮਾਣ ਮਹਿਸੂਸ ਹੁੰਦਾ ਹੈ। ਕੀ ਕਹਿਣਾ ਚਾਹੋਗੇ ਅਵਤਾਰ ਸਿੰਘ ਜੀ, ਕਿਵੇਂ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਅਮਰੀਕਾ ਦੀ ਦੁਨੀਆ ਵਿੱਚ? ਜ਼ਿੰਦਗੀ ਬਸ ਪਰਮਾਤਮਾ ਦੀ ਮਿਹਰ ਹੋਵੇ ਤੇ ਸਭ ਕੁਝ ਸਹੀ ਹੁੰਦਾ ਵਾ। ਜਿਸ ਤਰ੍ਹਾਂ ਪਹਿਲਾਂ ਗੈਸ ਸਟੇਸ਼ਨ ਤੇ ਜੌਬ ਕੀਤੀ 2008 ਵਿੱਚ ਜਦੋਂ ਆਏ ਸੀਗੇ, ਤੇ ਉੱਥੇ ਗੈਸ ਸਟੇਸ਼ਨ ਤੇ ਜੌਬ ਕਰੀ, ਇੱਕੋ ਜਗ੍ਹਾ ਜੌਬ ਕਰੀ। ਬੜਾ ਵਧੀਆ ਪਰਿਵਾਰ ਸੀਗਾ ਜਿਨ੍ਹਾਂ ਦੇ ਨਾਲ ਜੌਬ ਕਰੀ, ਤਕਰੀਬਨ 8 ਸਾਲ ਉਹਨਾਂ ਦੇ ਨਾਲ ਜੌਬ ਕਰੀ। ਫਿਰ ਇਸ ਤਰ੍ਹਾਂ ਹੀ ਸਬੱਬ ਬਣਿਆ ਟਰੱਕਿੰਗ ਕੰਪਨੀ ਦੇ ਵਿੱਚ ਆਉਣ ਦਾ। ਟਰੱਕਿੰਗ ਕੰਪਨੀ ਵਿੱਚ ਅਸੀਂ 2015 ਐਂਡ ਦੇ ਵਿੱਚ ਟਰੱਕਿੰਗ ਕੰਪਨੀ ਦੇ ਵਿੱਚ ਆਏ। ਇਸ ਤਰ੍ਹਾਂ ਹੀ ਲਾਇਸੈਂਸ ਲਿਆ ਤੇ ਲਾਇਸੈਂਸ ਲੈ ਕੇ ਫਿਰ ਇੱਕ ਪਹਿਲਾ ਟਰੱਕ ਲਿਆ। ਅਸੀਂ ਆਪਣਾ ਕੰਮ ਸ਼ੁਰੂ ਕਰਿਆ, ਮਿਹਨਤ ਬਹੁਤ ਕਰੀ ਤੇ ਫਿਰ ਇਸ ਤਰ੍ਹਾਂ ਹੀ ਚੱਲਦੇ ਚੱਲਦੇ ਜਿਸ ਤਰ੍ਹਾਂ ਵੀ ਕੰਮ ਵੱਧਦਾ ਗਿਆ ਪਰਮਾਤਮਾ ਦੀ ਕਿਰਪਾ ਦੇ ਨਾਲ, ਵੀ ਹੋਰ ਟਰੱਕ ਅਸੀਂ ਬਾਏ ਕਰਦੇ ਗਏ। ਤੇ ਫਿਰ ਹੀਰਾ ਸਿੰਘ ਜਿਸ ਤਰ੍ਹਾਂ 2018 ਵਿੱਚ ਇਹਨੇ ਕੰਮ ਨਾਲ ਸੰਭਾਲ ਲਿਆ ਸੀਗਾ। ਪਹਿਲਾਂ ਇਹਨਾਂ ਨੇ ਟ੍ਰੇਨਿੰਗ ਲਈ, ਸੇਫਟੀ ਦੀ, ਡਿਸਪੈਚ ਦੀ, ਤੇ ਫਿਰ ਇਹਨਾਂ ਨੇ ਆਪਣਾ ਕੰਮ ਸੰਭਾਲ ਲਿਆ। ਫਿਰ ਇਹਨਾਂ ਨੇ ਬਹੁਤ ਨਾਲ ਹੈਲਪ ਕੀਤੀ, ਵੀ ਇੱਕ ਬਹੁਤ ਵੱਡਾ ਸਾਨੂੰ ਪਲੇਟਫਾਰਮ ਮਿਲਿਆ ਕਿ ਜਦੋਂ ਹੀਰਾ ਸਿੰਘ ਨੇ ਨਾਲ ਸਾਡੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ। ਤੇ ਫਿਰ ਉਸ ਤੋਂ ਬਾਅਦ ਅਸੀਂ ਬਹੁਤ ਜ਼ਿਆਦਾ ਜਿਸ ਤਰ੍ਹਾਂ ਗਰੋਥ ਕਰੀ, ਬਹੁਤ ਵਧੀਆ। ਪਹਿਲੀ ਵਾਰੀ ਅਮਰੀਕਾ ਲੈਂਡ ਕਦੋਂ ਹੋਏ ਸੀ ਤੁਸੀਂ? ਪਹਿਲਾਂ ਮੈਂ ਆਇਆ ਸੀ 2007 ਦੇ ਵਿੱਚ, ਜੁਲਾਈ 2 ਨੂੰ। ਉਸ ਟਾਈਮ ਤੇ ਅਸੀਂ ਇੱਕ ਕਨਵੈਨਸ਼ਨ ਅਟੈਂਡ ਕਰਨ ਆਏ ਸੀ ਸ਼ਿਕਾਗੋ ਦੇ ਵਿੱਚ, ਲਾਇਨਸ ਕਲੱਬ ਦੀ। ਠੀਕ ਹੈ। ਤੇ ਉਦੋਂ ਫਿਰ ਉਸ ਤੋਂ ਬਾਅਦ ਆ ਕੇ ਸਟਾਰਟਿੰਗ ਤੇ, ਕਿਉਂਕਿ ਘਰ ਦਾ ਗੁਜ਼ਰ ਬਸਰ ਤਾਂ ਕਰਨਾ ਹੀ ਹੁੰਦਾ, ਰੋਟੀ ਤਾਂ ਖਾਣੀ ਹੈ ਜੀ, ਪੈਸੇ ਤਾਂ ਚਾਹੀਦੇ ਹਨ। ਸਟਾਰਟਿੰਗ ਤੇ ਕੀ ਕੰਮ ਕੀਤਾ? ਨਹੀਂ, ਪਹਿਲਾਂ ਅਸੀਂ ਆਏ ਸੀ 2007 ਦੇ ਵਿੱਚ। ਅਸੀਂ ਕੋਈ 28 ਦਿਨ ਇੱਥੇ ਰਹੇ ਹਾਂ, ਸ਼ਿਕਾਗੋ, ਨਿਊਯਾਰਕ ਤੇ ਕੈਲੀਫੋਰਨੀਆ ਆਏ। ਤੇ ਅਸੀਂ ਘੁੰਮ ਫਿਰ ਕੇ ਦੇਖਿਆ ਵੀ ਕਿਹੜਾ ਸਾਨੂੰ ਵਧੀਆ ਲੱਗਦਾ ਹੈਗਾ। ਸਾਨੂੰ ਕੈਲੀਫੋਰਨੀਆ ਵਧੀਆ ਲੱਗਾ ਕਿ ਇਹ ਐਗਰੀਕਲਚਰ ਆ, ਵੀ ਆਪਣਾ ਪੰਜਾਬ ਵਰਗਾ ਮਾਹੌਲ ਹੈਗਾ। ਫਿਰ ਅਸੀਂ 28 ਦਿਨ ਤੋਂ ਬਾਅਦ ਵਾਪਸ ਚਲੇ ਗਏ ਸੀਗੇ। ਫਿਰ ਉਸ ਤੋਂ ਬਾਅਦ ਅਸੀਂ ਆਏ 6 ਮਈ 2008 ਨੂੰ ਦੁਬਾਰਾ। ਫਿਰ ਅਸੀਂ ਆਏ ਬੱਚਿਆਂ ਦੇ ਨਾਲ, ਜਿਸ ਤਰ੍ਹਾਂ ਫੈਮਿਲੀ ਦੇ ਨਾਲ ਆਏ ਹੈਗੇ। ਜੀ, ਤੇ ਉਦੋਂ ਫਿਰ ਕੀ ਕੰਮ ਕਰਨਾ ਸ਼ੁਰੂ ਕੀਤਾ? ਕੰਮ ਉਸ ਟਾਈਮ ਤੇ ਜਿਸ ਤਰ੍ਹਾਂ ਰਿਸੈਸ਼ਨ ਚੱਲ ਰਿਹਾ ਸੀਗਾ ਤੇ ਕੰਮ ਮਿਲਦਾ ਹੀ ਨਹੀਂ ਸੀਗਾ। ਜਿਸ ਕੋਲ ਵੀ ਜਾਈਦਾ ਸੀਗਾ ਉਹੀ ਕਹਿ ਰਿਹਾ ਸੀ ਵੀ ਕੰਮ ਬਹੁਤ ਮੰਦੇ ਹੈਗੇ ਆ
3 ਮਹੀਨੇ ਵਿਹਲਾ ਵੀ ਰਹਿਣਾ ਪਿਆ, ਸਾਨੂੰ ਕਾਫੀ ਮੁਸ਼ਕਲ ਆਈਆਂ। ਤੇ ਫਿਰ ਪਹਿਲਾਂ ਸਾਨੂੰ ਇੱਕ ਉਧਰ ਕੰਮ ਮਿਲਿਆ ਯੂਨੀਅਨ ਸਿਟੀ, ਇੱਕ ਰੈਸਟੋਰੈਂਟ ਤੇ ਮਿਲਿਆ ਵੀ ਉੱਥੇ ਜਿਵੇਂ ਪਿੱਛੇ ਕੰਮ ਕਰਦੇ ਸੀ ਕਿਚਨ ਦੇ ਵਿੱਚ। ਉਹ ਵੀ ਮਹੀਨਾ ਕਿ ਅਸੀਂ ਕੰਮ ਕੀਤਾ, ਪਰ ਸਾਨੂੰ ਜਿਵੇਂ ਥੋੜਾ ਜਿਹਾ ਵਧੀਆ ਨਾ ਲੱਗਾ ਵੀ ਫਿਰ ਸਾਨੂੰ ਕਿਸੇ ਨੇ ਰੈਫਰ ਕੀਤਾ ਇੱਥੇ ਚੰਦੀ ਗਰੁੱਪ ਜੀ, ਬਿਲਕੁਲ ਠੀਕ ਹੈ। ਤੇ ਉਹਨਾਂ ਦੇ ਕੋਲ ਆਏ, ਪਰ ਚਲੋ ਸਾਨੂੰ ਉਹਨਾਂ ਨੇ ਬਹੁਤ ਸਾਥ ਦਿੱਤਾ। ਉੱਥੇ ਹੀ ਲਗਾਤਾਰ 8 ਸਾਲ ਜਿਵੇਂ ਕੰਮ ਕੀਤਾ, ਜੌਬ ਕੀਤੀ। ਤੇ ਉਸ ਤੋਂ ਬਾਅਦ ਬਿਜ਼ਨਸ ਚ ਆਏ। ਉਸ ਤੋਂ ਬਾਅਦ 2015 ਐਂਡ ਦੇ ਵਿੱਚ ਅਸੀਂ ਟਰੱਕਿੰਗ ਵੈਨ ਦੇ ਵਿੱਚ ਆਏ। ਹੀਰਾ ਸਿੰਘ, ਤੁਹਾਡੇ ਤੋਂ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ ਜਦੋਂ ਪਰਿਵਾਰ ਆਉਂਦਾ ਹੈ, ਪਰਿਵਾਰ ਨੇ ਤਾਂ ਆਪਣਾ ਗੁਜ਼ਰ ਬਸਰ ਕਰਨਾ ਹੀ ਹੈ, ਬੱਚਿਆਂ ਦਾ ਦੇਖ ਰੇਖ ਕਰਨੀ ਹੈ। ਤੁਹਾਡੇ ਫਾਦਰ ਨੇ ਤਾਂ ਜਿਵੇਂ ਦੱਸਿਆ ਉਹਨਾਂ ਨੇ ਕਿ ਰੈਸਟੋਰੈਂਟ ਵਿੱਚ ਜੌਬ ਕੀਤੀ, ਹੋਰ ਵੀ ਗੈਸ ਸਟੇਸ਼ਨ ਤੇ ਜੌਬ ਕੀਤੀ ਹੈ, ਤੇ ਘਰ ਦਾ ਚੰਗਾ ਗੁਜ਼ਾਰਾ ਹੁੰਦਾ ਰਿਹਾ। ਲੇਕਿਨ ਜਦੋਂ ਇੱਥੇ ਬੱਚਾ ਆਉਂਦਾ, ਬੱਚੇ ਨੂੰ ਆਪਣੀਆਂ ਹੋਰ ਤਰ੍ਹਾਂ ਦੀਆਂ ਸਟਰਗਲਸ ਹੁੰਦੀਆਂ ਨੇ। ਜਦੋਂ ਤੁਸੀਂ ਪਹਿਲੀ ਵਾਰੀ ਇੱਥੇ ਆਏ ਸੀ, ਕਿੰਨੇ ਸਾਲ ਦੇ ਸੀ? ਮੈਂ ਉਹ 7 ਸਾਲ ਦਾ ਸੀਗਾ ਜਦੋਂ ਆਇਆ ਸੀਗਾ ਜੀ। ਤੇ ਇਟ ਵਾਸ ਵੈਰੀ ਡਿਫਰੈਂਟ ਜਦੋਂ ਆਏ ਹੈਗੇ ਆਪਾਂ ਇੰਡੀਆ ਵਿੱਚ। ਜਿਵੇਂ ਆਪਣਾ ਬਹੁਤ ਚੰਗਾ ਮਾਹੌਲ ਹੈਗਾ ਵਾ, ਆਣਾ ਜਾਣਾ, ਵਿਆਹ ਸ਼ਾਦੀਆਂ, ਜੇ ਬੱਚੇ ਨੇ ਤਾਂ ਹੀ ਹੁੰਦਾ ਕਿ ਇਹਨੇ ਘੁੰਮਣਾ ਫਿਰਨਾ ਹੁੰਦਾ। ਹਾਂਜੀ। ਜਦੋਂ ਇੱਥੇ ਆਏ ਤੇ ਜਿਵੇਂ ਇਕੱਲੇ ਹੋ ਕੇ ਬੈਠ ਗਏ ਇੱਕ ਹਿਸਾਬ ਨਾਲ ਘਰੇ, ਜਿਵੇਂ ਇੱਕ ਘਰ ਇੱਕ ਕੈਦੀ ਬਣ ਗਿਆ ਸੀਗਾ, ਬਾਹਰ ਨਹੀਂ ਕਿਤੇ ਜਾਣਾ, ਕੁਝ ਵੀ ਹੈਗਾ। ਤੇ ਸਕੂਲ ਦਾ ਬੜਾ ਚਾਹ ਹੁੰਦਾ ਸੀ ਉਦੋਂ, ਕਿ ਸਕੂਲ ਜਾਂਦਾ ਹੀ ਹੁੰਦਾ ਸੀ ਕਿਤੇ ਬਾਹਰ ਚੱਲਦੇ ਹੈਗੀਆਂ ਤੇ ਟਾਈਮ ਸਪੈਂਡ ਹੋ ਜਾਂਦਾ ਸੀਗਾ ਜੀ। ਤੇ ਉਦੋਂ ਆਈ ਥਿੰਕ ਇਟਸ ਵੈਰੀ ਕੋਈ ਔਖਾ ਸੀਗਾ, ਘਰੇ ਕੋਈ ਟੀਵੀ ਨਹੀਂ, ਕੁਛ ਨਹੀਂ, ਜਿਵੇਂ ਇੰਡੀਆ ਸਾਰਾ ਕੁਝ ਹੈਗਾ ਸੀਗਾ ਤੇ ਨਵੇਂ ਦੇਸ਼ ਆਉਂਦੇ ਹੈਗੀਆਂ ਉਮੀਦਾਂ ਨਾਲ ਕਿ ਕਾਫੀ ਕੁਛ ਤੇ ਸਾਰਾ ਕੁਝ ਚੱਲ ਜਾਵੇ। ਇਸ ਕਾਫੀ ਡਿਫਰੈਂਟ ਹੁੰਦਾ ਇੱਕ ਬੱਚੇ ਲਈ। ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਸੀ ਤੁਸੀਂ? ਅਸੀਂ ਹਰਿਆਣੇ ਤੋਂ, ਕੈਥਲ ਤੋਂ। ਅੱਛਾ, ਹਰਿਆਣਾ ਕੈਥਲ ਤੋਂ ਬਿਲੋਂਗ ਕਰਦੇ ਸੀ। ਕੈਥਲ ਵਿੱਚ ਲਾਜ਼ਮੀ ਤੌਰ ਤੇ ਉੱਥੇ ਇੱਕ ਵੱਡਾ ਘਰ ਹੋਏਗਾ, ਲੇਕਿਨ ਇੱਥੇ ਆਉਣ ਤੋਂ ਜਦੋਂ ਇੱਥੇ ਨਵਾਂ ਬੰਦਾ ਸੈਟਲ ਹੁੰਦਾ ਤਾਂ ਘਰ ਛੋਟਾ ਹੁੰਦਾ। ਕਿਸ ਤਰ੍ਹਾਂ ਦਾ ਲੱਗਿਆ ਹੀਰਾ ਤੁਹਾਨੂੰ? ਕਿਸ ਤਰ੍ਹਾਂ ਦੀ ਲਾਈਫ ਲੱਗੀ? ਉਦੋਂ ਅਪਾਰਟਮੈਂਟ ਸੀਗੀ ਤੇ ਉਦੋਂ ਕੋਈ ਫਰਨੀਚਰ ਕੁਛ ਨਹੀਂ ਸੀਗਾ ਤੇ ਹੌਲੀ ਹੌਲੀ ਚੀਜ਼ਾਂ ਜੋੜੀਆਂ। ਉਦੋਂ ਬਸ ਖਰਚੇ ਪਾਣੀ ਬੜੇ ਹੁੰਦੇ ਸ਼ੁਰੂ ਵਿੱਚ ਕਿਨੇ ਜੋੜਨ ਲਈ। ਅਸੀਂ ਕੁਝ ਕਹਿੰਦੇ ਨਹੀਂ ਸੀਗੇ, ਕਿਨੇ ਪਤਾ ਸੀ ਕਿਨੇ ਕੀ ਯੂ نو ਜੀ ਕੀ ਨਵੀਂ ਆਈ ਕਿ ਇੱਥੇ ਐਂਡ ਥੱਲੇ ਸੋਈਦਾ ਸੀਗਾ। ਹੌਲੀ ਹੌਲੀ ਕਿਨੇ ਜਿਵੇਂ ਕਿਧਰੋਂ ਸੋਫਾ ਲੈ ਲਿਆ ਪੁਰਾਣਾ, ਕਿੱਥੋਂ ਕਿਨੇ ਬੈੱਡ ਲੈ ਲਏ ਤੇ ਇਵੇਂ ਕਿਨੇ ਅਪਾਰਟਮੈਂਟ ਕਿਨੇ ਫਿਲ ਕੀਤੀ ਆਪਾਂ ਤੇ ਜੀ। ਇਟ ਵਾਸ ਵੈਰੀ ਡਿਫਰੈਂਟ। ਤੇ ਜਦੋਂ ਸਕੂਲ ਦੀ ਲਾਈਫ ਸ਼ੁਰੂ ਹੋਈ, ਹਾਂਜੀ, ਇੱਕ ਸੀਗਾ ਹਰਿਆਣਾ ਦਾ ਸਕੂਲ, ਇੱਕ ਹੈ ਇੱਥੋਂ ਦਾ ਅਮਰੀਕਾ ਦਾ ਸਕੂਲ। ਸਕੂਲ ਦੀ ਲਾਈਫ ਕਿਸ ਤਰ੍ਹਾਂ ਮੈਨੇਜ ਕੀਤੀ? ਔਰ ਲੈਂਗੁਏਜ ਦਾ ਵੀ ਇੱਕ ਬੜਾ ਵੱਡਾ ਹੁੰਦਾ ਹੈ ਕਿ ਸਟਾਰਟਿੰਗ 'ਚ ਜਦੋਂ ਤੁਸੀਂ ਆਉਂਦੇ ਹੋ ਤਾਂ ਲੈਂਗੁਏਜ ਇੱਕ ਬੜਾ ਵੱਡਾ ਬੈਰੀਅਰ ਹੁੰਦਾ ਹੈ। ਹਾਂਜੀ, ਲੈਂਗੁਏਜ ਬੈਰੀਅਰ ਸੀਗਾ। ਉਵੇਂ ਸਕੂਲ ਕਾਫੀ ਚੰਗਾ ਲੱਗਿਆ ਇੱਥੇ, ਜਿਵੇਂ ਟੀਚਰਸ ਬੜੇ ਚੰਗੇ ਨੇ ਦੇ ਉਹ ਬੜੇ ਅੰਡਰਸਟੈਂਡਿੰਗ ਸੀਗੇ। ਦੇ ਨਿਊ ਕਿ ਇਹਨੂੰ ਇੰਗਲਿਸ਼ ਬੜੀ ਘੱਟ ਆਉਂਦੀ ਆ। ਟੀਚਰਸ ਬੜੇ ਪੇਸ਼ੈਂਟ ਸੀਗੇ। ਇੰਡੀਆ ਜਿਵੇਂ ਨਾ ਬੜਾ ਡਰ ਹੁੰਦਾ ਟੀਚਰਾਂ ਤੋਂ, ਇੰਡੀਆ ਕੁੱਟ ਦਿੰਦੇ ਗਿਆ, ਮਾਰ ਦਿੰਦੇ ਗਿਆ। ਇੱਥੇ ਕਦੀ ਕੋਈ ਮੈਨੂੰ ਕਦੀ ਕਿਸੇ ਟੀਚਰ ਨੇ ਕਿੰਨੇ ਗਲਤ ਨਹੀਂ ਬੋਲਿਆ ਨਾ, ਕਦੀ ਉੱਚੀ ਆਵਾਜ਼ 'ਚ ਨਹੀਂ ਬੋਲਿਆ ਨਾ, ਤੇ ਮੈਨੂੰ ਬਹੁਤ ਚੰਗਾ ਲੱਗਦਾ ਸੀਗਾ। ਤੇ ਜਿੱਥੇ ਮੇਰੀ ਕਮੀ ਸੀਗੀ, ਚਲੋ ਇੰਗਲਿਸ਼ ਕਹਿ ਲਈਏ, ਤੇ ਟੀਚਰਸ ਬੜੇ ਸਪੋਰਟਿਵ ਸੀਗੇ ਟੂ ਸਿਖਾਉਣ ਲਈ, ਕਿਤਾਬਾਂ ਦੇਣੀਆਂ ਕਿ ਆਹ ਪੜ੍ਹਿਓ ਐਂਡ ਉਹ ਸੀਗਾ। ਮੈਂ ਮੈਥ ਚੰਗਾ ਸੀਗਾ ਤਾਂ ਜਿਹੜੀ ਮੇਰੀ ਮੈਥ ਟੀਚਰ ਸੀਗੀ ਉਹ ਮੈਨੂੰ ਕਾਫੀ ਪਸੰਦ ਕਰਦੀ ਸੀਗੀ ਐਂਡ ਮੈਨੂੰ ਕਦੀ ਕਿਨੇ ਪੈਨਸਿਲ ਦੇ ਦੇਣੀ ਹੈ, ਕੋਈ ਕੈਂਡੀ ਦੇ ਦੇਣੀ, ਉਹਨਾਂ ਜਿਵੇਂ ਕਾਫੀ ਮਨ ਖੁਸ਼ ਹੋ ਜਾਣਾ। ਬਿਲਕੁਲ ਠੀਕ ਹੈ। ਤੇ ਬੱਚਿਆਂ ਨੂੰ ਜ਼ਿਆਦਾਤਰ ਲੋਕ ਜਿਹੜੇ ਹੋਰ ਬੱਚੇ ਨੇ ਉਹ ਬੁਲੀ ਦਾ ਸ਼ਿਕਾਰ ਜ਼ਰੂਰ ਕਰਵਾਉਂਦੇ ਨੇ। ਤੁਹਾਡੇ ਨਾਲ ਕਦੀ ਹੋਇਆ ਕਿ ਹਾਂ ਤੁਸੀਂ ਬੁਲੇ ਦਾ ਸ਼ਿਕਾਰ ਹੋਏ ਹੋ ਜਾਂ ਕਿਸੇ ਨੇ ਕੋਈ ਟਿੱਕਾ ਟਿੱਪਣੀ ਕੀਤੀ ਹੋਵੇ? ਹਾਂਜੀ, ਜਿੱਥੇ ਅਸੀਂ ਰਹਿੰਦੇ ਸੀ ਕੁਚਾਲਾ ਵੈਲੀ 'ਚ, ਉੱਥੇ ਆਪਣੀ ਜਿਹੜੀ ਇੰਡੀਅਨ ਕਮਿਊਨਿਟੀ ਕਾਫੀ ਸਮਾਲ ਹੈਗੀ ਆ। ਤੇ ਜਿਹੜਾ ਮੈਂ ਸਕੂਲ ਸੀ ਉੱਥੇ 2 ਹੀ ਆਪਣੇ ਹੈਗੇ ਸੀ ਇੰਡੀਅਨ, ਇੱਕ ਮੈਂ ਸੀ ਤੇ ਇੱਕ ਮੇਰੀ ਭੈਣ ਸੀਗੀ। ਤੇ ਮੈਂ ਪਟਕਾ ਬਣ ਕੇ ਜਾਂਦਾ ਸੀਗਾ ਤੇ ਉਹਦੇ ਕਰਕੇ ਬੱਚੇ ਪੁੱਛਦੇ ਸੀਗੇ, ਬਟ ਜਿਵੇਂ ਕਦੀ ਉਹਨੂੰ ਮੈਂ ਆਪਣੇ ਤੱਕ ਪਹੁੰਚਣ ਦਿੱਤੀ ਕੋਈ ਵੀ ਹੈਗੀ ਆ। ਜੇ ਕੋਈ ਸਵਾਲ ਪੁੱਛਦੇ ਰਹਿੰਦੇ ਸੀ ਕਿ ਤੁਸੀਂ ਮੁੰਡਾ ਜਾਂ ਕੁੜੀ ਹੈਗੀ ਹੋ, ਤੇ ਸਾਰਿਆਂ ਨੂੰ ਜਿਵੇਂ ਪਿਆਰ ਨਾਲ ਜਵਾਬ ਦੇ ਦਿੰਦਾ, ਆਪਣਾ ਇੱਕ ਕੰਨ ਅੰਦਰ ਗੱਲ ਦੂਜੇ ਕੰਨ ਬਾਹਰ, ਤੇ ਇਦਾਂ ਰੱਖਿਆ ਹੈਗਾ। ਸਟਰੋਂਗ ਬਣੀ ਹੈਗੀ, ਮਜ਼ਬੂਤ ਬਣੀ ਹੈਗੀਆਂ। ਮੁੰਡਾ ਕੁੜੀ ਦੀ ਕਿਉਂਕਿ ਤੁਸੀਂ ਸਿਰ ਤੇ ਜੁੜਾ ਕਰਦੇ ਸੀ ਇਸ ਕਰਕੇ? ਹਾਂਜੀ, ਕਿ ਲੰਬੇ ਵਾਲ ਹੋਣ ਕਰਕੇ। ਹਾਂਜੀ, ਕਿਉਂਕਿ ਉਹਦੇ ਕਰਕੇ ਪੁੱਛਦੇ ਸੀਗੇ। ਮੈਂ ਵੀ ਬਹੁਤ ਕਦੀ ਸੋਚਿਆ ਨਹੀਂ, ਮੈਨੂੰ ਇਵੇਂ ਸੀ ਕਿ ਇਹਨਾਂ ਨੂੰ ਨਹੀਂ ਪਤਾ ਤੇ ਮੈਂ ਆਪਣਾ ਪੇਸ਼ੈਂਸ ਨਾ ਗਵਾਵਾਂ। ਹਾਂਜੀ, ਪੇਸ਼ੈਂਸ ਗਵਾਵਾਂ। ਮੈਂ ਸੋਚਦਾ ਕਿ ਮੇਰੀ ਰਿਸਪੌਂਸਿਬਿਲਿਟੀ ਹੈ ਕਿ ਆਪਣੇ ਕਲਚਰ ਬਾਰੇ ਦੱਸਾਂ, ਤੇ ਮੈਨੂੰ ਬੜਾ ਸ਼ੌਂਕ ਹੁੰਦਾ ਸੀ ਕਿ ਸਾਡੀ ਆਇਡੈਂਟੀਟੀ ਹੈਗੀ ਆ, ਅਸੀਂ ਆਪਣੇ ਵਾਲ ਨੂੰ ਇੱਦਾਂ ਸਾਂਭ ਕੇ ਰੱਖੀਦਾ ਹੈਗਾ ਵਾ, ਅਸੀਂ ਵਾਲ ਨਹੀਂ ਕੱਟਣੇ ਹੈਗੇ। ਹਾਂਜੀ, ਤੇ ਮੈਂ ਬੜੇ ਖੁਸ਼ੀ ਨਾਲ ਦੱਸਦਾ ਸੀਗਾ। ਬਟ ਕਈ ਹੁੰਦੇ ਸੀ ਜਿਹੜੇ ਮਜ਼ਾਕ ਉਡਾਉਂਦੇ ਸੀਗੇ, ਜਾਂ ਤੁਸੀਂ ਕਿਸੇ ਨਾਲ ਪਿਆਰ ਨਾਲ ਗੱਲ ਕਰੋ, ਉਹ ਫਿਰ ਵੀ ਅੱਗੇ ਗਲਤ ਬੋਲਦੇ ਸੀਗੇ, ਤੇ ਫਿਰ ਅਸੀਂ ਪਿੱਛੇ ਹਟ ਜਾਂਦੇ ਸੀਗੇ। ਬਿਲਕੁਲ, ਇਹ ਤਾਂ ਰਹੀ ਬੱਚਿਆਂ ਦੀ ਗੱਲ, ਕਿਉਂਕਿ ਬੱਚਿਆਂ ਨੂੰ ਵੀ ਲਗਾਤਾਰ ਸਮਝ ਨਹੀਂ ਹੁੰਦੀ ਅਵਤਾਰ ਸਿੰਘ ਜੀ, ਔਰ ਲਗਾਤਾਰ ਬੱਚੇ ਬੁਲੀ ਦਾ ਸ਼ਿਕਾਰ ਹੁੰਦੇ ਨੇ। ਹਾਂਜੀ,
ਤੁਹਾਡੇ ਨਾਲ ਕਦੀ ਵਾਕਿਆ ਕਦੀ ਹੋਇਆ ਕਿਉਂਕਿ ਬਿਲਕੁਲ ਤੁਸੀਂ ਹੋਇਆ ਜੀ। ਜਦੋਂ ਗੈਸ ਸਟੇਸ਼ਨ ਤੇ ਕੰਮ ਕਰਦੇ ਹੁੰਦੇ ਸੀ ਤਾਂ ਅਸੀਂ ਆਪਣਾ ਉੱਥੇ ਜਿਸ ਤਰ੍ਹਾਂ ਦਸਤਾਰ ਬੰਨ੍ਹ ਕੇ ਜਾਂਦੇ ਹੁੰਦੇ ਸੀ ਤੇ ਕਈਆਂ ਨੂੰ ਨਹੀਂ ਪਤਾ ਹੁੰਦਾ, ਜਿਸ ਤਰ੍ਹਾਂ ਸਪੈਨਿਸ਼ ਕਮਿਊਨਿਟੀ ਉੱਥੇ ਜ਼ਿਆਦਾ ਹੈਗੀ ਆ, ਉਹਨਾਂ ਨੇ ਸਾਨੂੰ ਕਹਿਣਾ ਕਿ ਰਦੇਨ ਦੀ ਫੈਮਿਲੀ ਵਿੱਚੋਂ ਆ ਤੁਸੀਂ, ਰਦੇਨ ਤੁਹਾਡਾ ਕੀ ਲੱਗਦਾ ਹੈਗਾ, ਰਦੇਨ ਤੁਹਾਡਾ ਤਾਲੀਬਾਨੀ ਹੋ ਤੁਸੀਂ, ਹਾਂ ਤੁਸੀਂ ਤਾਲੀਬਾਨੀ ਹੋ। ਕਈਆਂ ਨੇ ਆਣ ਕੇ ਹੈਲੋ ਤਾਲੀਬਾਨੀ, ਤਾਂ ਅਸੀਂ ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਆਮ ਨਾਟ ਤਾਲੀਬਾਨੀ, ਅਸੀਂ ਇੰਡੀਅਨ ਆ ਬਈ ਸਾਡਾ ਲਦੇਨ ਨਾਲ ਕੋਈ ਵਾਸਤਾ ਨਹੀਂ, ਉਹ ਇੱਕ ਤਾਲੀਬਾਨੀ ਹੈਗਾ, ਅਸੀਂ ਇੰਡੀਅਨ ਆ, ਸਾਡਾ ਕਲਚਰ ਆ, ਸਾਡਾ ਜਿਹੜਾ ਸਿੱਖ ਆ ਸਾਡੀ, ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਤੇ ਉਹ ਫਿਰ ਸਮਝ ਜਾਂਦੇ ਹੁੰਦੇ ਸੀ। ਜਿਹੜਾ ਐਵਰੀਡੇ ਜਿਹੜਾ ਕਸਟਮਰ ਆਉਣਾ ਕਈ ਵਾਰੀ ਤੇ ਕਈਆਂ ਨੂੰ ਨਹੀਂ ਪਤਾ ਲੱਗਦਾ ਸੀ, ਉਹ ਜਾਣ ਕੇ ਮਜ਼ਾਕ ਉਡਾਉਂਦੇ ਹੁੰਦੇ ਸੀਗੇ ਤੇ ਆਪਾਂ ਫਿਰ ਉਹਨਾਂ ਦਾ ਕਦੀ ਬੁਰਾ ਨਹੀਂ ਮਨਾਈਦਾ ਹੁੰਦਾ ਸੀਗਾ ਵੀ ਅਸੀਂ ਵੀ ਉਹ ਸਾਨੂੰ ਇਸ ਤਰ੍ਹਾਂ ਕਹਿ ਰਹੇ ਆ ਤੇ ਅਸੀਂ ਉਹਨਾਂ ਦਾ ਕਦੀ ਵੀ ਬੁਰਾ ਮਨਾਈਏ, ਪਰ ਉਹਨਾਂ ਨੂੰ ਪਿਆਰ ਨਾਲ ਸਮਝਾ ਦਿੰਦੇ ਸੀ ਵੀ ਅਸੀਂ ਇੰਡੀਅਨ ਸਿੱਖ ਆ, ਵੀ ਸਾਡਾ ਇਹ ਰਿਲੀਜਨ ਆ ਜਿਹੜੀ ਸਾਡੀ ਅਸੀਂ ਦਸਤਾਰ ਸਜਾਨੇ ਆ ਜਾਂ ਅਸੀਂ ਆਪਣਾ ਕੇਸ ਰੱਖਦੇ ਹੈਗੇ ਆ, ਵੀ ਅਸੀਂ ਸਾਡਾ ਉਹਨਾਂ ਨਾਲ ਕੋਈ ਵਾਸਤਾ ਨਹੀਂ ਹੈਗਾ ਲਦੇਨ ਨਾਲ ਜਾਂ ਕੋਈ ਤਾਲੀਬਾਨੀਆਂ ਨਾਲ। ਬਿਲਕੁਲ ਠੀਕ ਹੈ। ਇਹ ਤਾਂ ਰਹੀ ਤੁਹਾਡੀ ਕਿਉਂਕਿ ਸਟਰਗਲ ਲਾਈਫ ਔਰ ਤੁਹਾਡੀ ਸ਼ੁਰੂਆਤੀ ਦਿਨਾਂ ਦੀ ਗੱਲ, ਪਰ ਹੁਣ ਜੇਕਰ ਮੈਂ ਤੁਹਾਡੇ ਬਿਜ਼ਨਸ ਦੀ ਗੱਲ ਤੇ ਆਵਾਂ, ਕਿਉਂਕਿ ਅੱਜ ਤੁਸੀਂ ਟਰੱਕਿੰਗ ਦੇ ਬਿਜ਼ਨਸ ਵਿੱਚ ਹੈਗੇ ਹੋ ਔਰ ਚੰਗੇ ਤੁਸੀਂ ਟਰੱਕ ਵੀ ਸੰਭਾਲ ਰਹੇ ਹੋ ਔਰ ਗੈਸ ਸਟੇਸ਼ਨ ਵੀ ਸੰਭਾਲ ਰਹੇ ਹੋ। ਜਦੋਂ ਕੋਈ ਨਵਾਂ ਸ਼ਖਸ ਟਰੱਕਿੰਗ ਇੰਡਸਟਰੀ ਵਿੱਚ ਆਉਣਾ ਚਾਹੁੰਦਾ, ਉਸ ਲਈ ਬਹੁਤ ਸਾਰੀਆਂ ਔਕੜਾਂ ਸਾਹਮਣੇ ਹੁੰਦੀਆਂ ਨੇ ਕਿ ਕਿਸ ਤਰ੍ਹਾਂ ਇੱਕ ਨਵੀਂ ਕੰਪਨੀ ਖੋਲੀ ਜਾ ਸਕਦੀ ਹੈ, ਕਿਸ ਤਰ੍ਹਾਂ ਇੱਕ ਨਵਾਂ ਟਰੱਕ ਲਿਆ ਜਾ ਸਕਦਾ, ਸਾਨੂੰ ਨਵਾਂ ਟਰੱਕ ਲੈਣਾ ਚਾਹੀਦਾ, ਪੁਰਾਣਾ ਟਰੱਕ ਲੈਣਾ ਚਾਹੀਦਾ ਹੈ, ਔਰ ਕਿੰਨੇ ਸਾਡੇ ਹੱਥ 'ਚ ਪੈਸੇ ਹੋਣੇ ਚਾਹੀਦੇ ਨੇ, ਸਾਡੇ ਅਕਾਊਂਟ 'ਚ ਕਿੰਨੇ ਪੈਸੇ ਹੋਣੇ ਚਾਹੀਦੇ ਨੇ ਕਿ ਅਸੀਂ ਜਦੋਂ ਇੱਕ ਨਵਾਂ ਕੰਮ ਸ਼ੁਰੂ ਕਰੀਏ। ਤੁਸੀਂ ਕੀ ਕਹਿਣਾ ਚਾਹੋਗੇ ਕਿ ਟਰੱਕਿੰਗ ਇੰਡਸਟਰੀ ਕਿਉਂਕਿ ਅੱਜ ਜਿਹੜੀ ਹੈਗੀ ਆ ਇੱਕ ਪਿਲਰ ਦੇ ਤੌਰ ਤੇ ਖੜੀ ਹੈ ਅਮਰੀਕਾ ਦੀ ਇਕਨੋਮੀ ਦੇ ਵਿੱਚ, ਔਰ ਸਾਡੇ ਪੰਜਾਬੀਆਂ ਨੇ ਤਾਂ ਟਰੱਕਿੰਗ ਇੰਡਸਟਰੀ ਨੂੰ ਬਹੁਤ ਚੰਗੇ ਮੁਕਾਮ ਤੇ ਪਹੁੰਚਾਇਆ, ਬਹੁਤ ਵੱਡਾ ਇਕਨੋਮੀ ਨੂੰ ਬੜਾ ਸਪੋਰਟ ਕੀਤਾ। ਟਰੱਕਿੰਗ ਇੰਡਸਟਰੀ ਅੱਜ ਦੇ ਹਾਲਾਤਾਂ 'ਚ ਕਿੱਥੇ ਖੜੀ ਹੈ? ਅੱਜ ਦੇ ਹਾਲਾਤਾਂ ਵਿੱਚ ਜਿਸ ਤਰ੍ਹਾਂ ਬਈ ਚੱਲ ਤਾਂ ਬੈਡ ਹੀ ਰਿਹਾ ਹੈਗਾ ਵਾ, ਜਿਸ ਤਰ੍ਹਾਂ ਜੋ ਸਮਾਂ ਇਸ ਟਾਈਮ ਟਰੱਕਿੰਗ ਦੇ ਉੱਤੇ ਚੱਲ ਰਿਹਾ ਹੈਗਾ ਜੀ, ਉਹ ਕਾਫੀ ਇਸ ਟਾਈਮ ਬੈਡ ਚੱਲ ਰਿਹਾ। ਬਾਕੀ ਜਿਨ੍ਹਾਂ ਨੇ ਛੋਟੀਆਂ ਕੰਪਨੀਆਂ ਸੀਗੀਆਂ, 1-2 ਟਰੱਕ ਜਾਂ 3 ਟਰੱਕ ਸੀ, ਜਿਹੜੇ ਕਿਸੇ ਦੇ ਦਾਰੋਮਦਾਰ ਸੀ ਨਾ, ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ। ਜਿਨ੍ਹਾਂ ਦੇ ਕੋਲ ਆਪਣੇ ਅਕਾਊਂਟ ਸੀਗੇ, ਆਪਣੇ ਪੱਕੀਆਂ ਲੈਣਾ ਸੀਗੀਆਂ, ਉਹ ਤਾਂ ਸਰਵਾਈਵ ਵਧੀਆ ਕਰ ਰਹੇ ਹੈਗੇ ਆ। ਜਿਹੜੀਆਂ ਛੋਟੀਆਂ ਕੰਪਨੀਆਂ ਸੀਗੀਆਂ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਈਆਂ ਨੇ 8-10 ਟਰੱਕ ਸੀ ਪਰ ਕਿਸੇ ਦੇ ਉੱਪਰ ਦਾਰੋਮਦਾਰ ਸੀ, ਕਿਸੇ ਕੋਲ ਡਿਸਪੈਚ ਲੈਂਦੇ ਸੀਗੇ, ਪਰ ਉਹਨਾਂ ਨੇ ਕਿ ਜਿਹੜਾ ਪਹਿਲਾਂ ਆਪਣੇ ਟਰੱਕ ਕਵਰ ਕਰਨੇ ਆ, ਬਾਅਦ ਵਿੱਚ ਦੂਸਰੇ ਨੂੰ ਆਪਾਂ ਡਿਸਪੈਚ ਵੀ ਉਹਦੇ ਟਰੱਕਾਂ ਵੱਲ ਦੇਖਣਾ ਹੈਗਾ ਵਾ। ਬਾਕੀ ਤੁਹਾਡੀ ਗੱਲ ਆ ਵੀ ਤੁਸੀਂ ਕਿਸੇ ਨੇ ਨਵਾਂ ਕੰਮ ਕਰਨਾ ਹੈਗਾ ਵਾ, ਬਈ ਜੇ ਕਿਸੇ ਨਵੇਂ ਨੇ ਇਸ ਲਾਈਨ 'ਚ ਆਉਣਾ ਵਾ, ਇੰਡੀਆ ਵਾਂਗੂ ਤਾਂ ਹੈ ਨਹੀਂ ਇੱਥੇ, ਪਰ ਬਹੁਤ ਈਜੀ ਹੈਗਾ ਵਾ ਟਰੱਕ ਬਾਈ ਕਰਨਾ ਜਾਂ ਕੰਪਨੀ ਬਣਾਉਣੀ, ਬਈ ਕੁਛ ਵੀ ਹੈਗਾ ਉਹ ਬਹੁਤ ਈਜੀ ਹੈਗਾ ਵਾ। ਬਾਕੀ ਨਵੇਂ ਬੰਦੇ ਨੂੰ ਨਵਾਂ ਟਰੱਕ ਲੈਣਾ ਚਾਹੀਦਾ ਹੈਗਾ ਕਿਉਂਕਿ ਉਹਨੂੰ ਐਕਸਪੀਰੀਅੰਸ ਘੱਟ ਹੁੰਦਾ ਵਾ ਤੇ ਉਹ ਨਵਾਂ ਟਰੱਕ ਹੀ ਲਵੇ। ਤੁਸੀਂ ਕੀ ਕਹਿਣਾ ਚਾਹੋਗੇ ਹੀਰਾ, ਕਿਉਂਕਿ ਜਿਹੜੀ ਯੰਗਸਟਰ ਦੀ ਸੋਚ ਹੁੰਦੀ ਹੈ ਉਹ ਇੱਕ ਨਵੀਂ ਤਰੀਕੇ ਨਾਲ ਹੁੰਦੀ ਹੈ। ਅੱਜ ਅਸੀਂ 2023 'ਚ ਬੈਠੇ ਹਾਂ, ਟੈਕਨੋਲੋਜੀ ਦਾ ਅੱਜ ਜ਼ਮਾਨਾ ਹੈ। ਟੈਕਨੋਲੋਜੀ ਨੇ ਸਾਨੂੰ ਕਿੱਥੇ ਅੱਜ ਖੜਾ ਕੀਤਾ ਔਰ ਟਰੱਕਿੰਗ ਇੰਡਸਟਰੀ ਵਿੱਚ ਟੈਕਨੋਲੋਜੀ ਕਿੰਨੀ ਪ੍ਰਭਾਵਸ਼ਾਲੀ ਹੈ? ਆਈ ਥਿੰਕ ਟੈਕਨੋਲੋਜੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵਾ ਕਿ ਸਾਡੀ ਕੰਪਨੀ ਵਿੱਚ ਮੈਂ ਕਾਫੀ ਫੋਕਸ ਕੀਤਾ ਟੈਕਨੋਲੋਜੀ ਉੱਤੇ ਕਿ ਉਹਦੇ ਵਿੱਚ ਕੰਮ ਕਾਫੀ ਸੌਖਾ ਹੋਇਆ ਵਾ। ਤੇ ਆਪਣੇ ਕਈ ਲੋਕੀ ਦੇਖਦੇ ਇਹਨੂੰ ਫਜ਼ੂਲ ਖਰਚੇ, ਫਾਲਤੂ ਖਰਚੇ, ਬਟ ਜੇ ਆਪਾਂ ਉਹਨੂੰ ਸਹੀ ਤਰ੍ਹਾਂ ਯੂਟਿਲਾਈਜ਼ ਕਰੀਏ ਤੇ ਬੜੇ ਫਾਇਦੇ ਨੇ। ਜਿਵੇਂ ਸਾਡੇ ਸਾਈਡ ਟਰੱਕਾਂ 'ਚ ਅਸੀਂ ਸੈਮਸਰ ਦੀ ELD ਲਾਈ ਹੋਈ ਵਾ ਤੇ ਉਹਦੇ ਨਾਲ ਸਾਡੀ ਡਿਸਪੈਚ ਟੀਮ ਨੂੰ, ਡਰਾਈਵਰਾਂ ਨੂੰ ਕਾਲ ਕਰਨ ਦੀ ਬਹੁਤ ਕੋਈ ਲੋੜ ਨਹੀਂ ਪੈਂਦੀ। ਸਾਰਾ ਪਤਾ ਟਰੱਕ ਕਿੱਥੇ ਜਾਂਦੇ ਵਾ, ਕੋਈ ਰਾਹ 'ਚ ਕੋਈ ਬ੍ਰੇਕਡਾਊਨ ਵੀ ਆਉਂਦਾ ਵਾ, ਉਹ ਤੋਂ ਮੈਂ ਦੇਖ ਸਕਦਾ ਕਿ ਕੀ ਕੋਡ ਆ ਰਹੇ ਨੇ, ਕੀ ਇਸ਼ੂ ਹੈਗਾ ਵਾ, ਤੇ ਮੈਂ ਕਿਸੇ ਨੂੰ ਕਾਲ ਕਰਨੀ ਮਕੈਨਿਕ ਨੂੰ, ਉਹਦੀ ਵੀ ਉੱਥੇ ਹੈਲਪ ਹੋ ਜਾਂਦੀ ਆ। ਤੇ ਇਹ ਛੋਟੀ ਚੀਜ਼ਾਂ ਵਾ ਬਟ ਇਹ ਹੈਲਪਸ ਆਊਟ ਇਨ ਲੌਂਗ ਟਰਮ। ਡੈਸ਼ ਕੈਮਸ, we pay for live dash cams in all our trucks, ਤੇ ਕੋਈ ਮਿਸ ਹੈਪਨ ਹੋ ਜੇ ਬੜਾ ਉਹਨੂੰ ਬਚਾ ਰਿਹਾ ਵਾ। lot times police officers ਉਹ ਕੋਈ ਹੈਪਨ ਹੁੰਦੀ ਵੀ ਹੈਗੀ ਆ ਤੇ ਟਰੱਕ ਡਰਾਈਵਰ ਤੇ ਬਲੇਮ ਕਰ ਦਿੰਦੀ ਹੈਗੀ ਆ ਬਿਕੋਜ਼ ਹੀ ਇਜ਼ ਅ ਕਮਰਸ਼ੀਅਲ ਡਰਾਈਵਰ, ਤੁਹਾਨੂੰ ਜ਼ਿਆਦਾ ਕੇਅਰਫੁਲ ਹੋਣਾ ਚਾਹੀਦਾ ਸੀਗਾ। ਤੇ ਆਈ ਥਿੰਕ ਐਜ਼ ਅ ਕੰਪਨੀ ਓਨਰ ਜੋ ਵੀ ਟੂਲਸ ਹੈਗੇ ਨੇ ਯੂ ਸ਼ੁਡ ਯੂਜ਼ ਇਟ ਟੂ ਬੀ ਸੇਫਰ। ਆਪਾਂ ਕੋਈ ਸ਼ਾਰਟਕਟ ਨਹੀਂ ਲੈਣੇ, ਜਦੋਂ ਲੰਬਾ ਕੰਮ ਤੁਸੀਂ ਕਰਨਾ ਲੰਬੇ ਟਾਈਮ ਲਈ ਕਰਨਾ ਹੈਗਾ ਵਾ ਤੇ ਆਪਾਂ ਧਿਆਨ ਨਾਲ ਚੱਲੋ ਕਿ ਆਪਾਂ ਕਿਤੋਂ ਮਾਰ ਨਾ ਖਾਈਏ ਕਿਸੇ ਹੋਰ ਦੀ ਗਲਤੀ ਕਰਕੇ। ਐਂਡ ਜਿਵੇਂ ਤੁਸੀਂ ਪਿੱਛੇ ਜਿਹੇ ਟਰੱਕ ਲੈਣਾ ਨਵੀਂ ਕੰਪਨੀ ਸ਼ੁਰੂ ਕਰਨੀ ਆ, ਆਈ ਥਿੰਕ ਹੈਵਿੰਗ ਅ ਲਾਇਸੈਂਸ ਇਜ਼ ਵੈਰੀ ਇੰਪੋਰਟੈਂਟ ਐਜ਼ ਅ ਨਿਊ ਕੰਪਨੀ ਓਨਰ ਜੀ, ਕਿਉਂਕਿ ਤੁਸੀਂ ਖੁਦ ਆਪਣਾ ਟਰੱਕ ਚਲਾ ਸਕਦੇ ਹੈਗੇ ਹੋ ਜਿੱਧਰ ਮਰਜ਼ੀ ਜਾ ਸਕਦੇ ਜਿੱਥੇ ਹੈਗਾ। ਇਫ ਯੂ ਡੋਂਟ ਹੈਵ ਯੂਰ ਓਨ ਲਾਇਸੈਂਸ ਤੇ ਇੱਕ ਡਰਾਈਵਰ ਤੋਂ ਤੁਸੀਂ ਡਿਪੈਂਡ ਕਰੋਗੇ, ਬਿਲਕੁਲ ਨਹੀਂ ਕੰਮ ਬਣਨਾ। ਵੱਡੀ ਕੰਪਨੀਆਂ ਵਿੱਚ ਡਰਾਈਵਰ ਆਉਂਦੇ ਜਾਂਦੇ ਰਹਿੰਦੇ ਕਿ ਟਰੱਕ ਖਰਾਬ ਹੋ ਗਿਆ, ਇੱਧਰ ਉੱਧਰ ਚਲ ਗਿਆ, ਕੁਛ ਵੀ ਹੈਗਾ ਉਹ ਮੈਨੇਜ ਕਰ ਲੈਂਦੇ ਬਿਕੋਜ਼ ਓਵਰਆਲ ਸਰਕਲ ਚੱਲੀ ਜਾਂਦਾ ਵਾ। ਇਨ ਅ ਸਮਾਲਰ ਕੰਪਨੀ ਤੁਹਾਡਾ ਇੱਕ ਡਰਾਈਵਰ ਚਲ ਗਿਆ, ਇੱਕ ਟਰੱਕ ਖੜਾ ਹੋ ਗਿਆ, ਇਹ ਹਰਟਸ ਉੱਥੇ
ਸਾਰਾ ਕੰਮ ਰੁਕ ਜਾਂਦਾ until you find someone else who's ਬਿਲਕੁਲ, ਕਿਉਂਕਿ ਤੁਸੀਂ ਦੂਸਰੇ ਤੇ ਡਿਪੈਂਡੈਂਟ ਹੈਗੇ ਹੋ। dependent ਅਵਤਾਰ ਸਿੰਘ ਜੀ, ਇੱਥੇ ਮੈਂ ਜ਼ਰੂਰ ਗੱਲ ਕਰਨਾ ਚਾਹਾਂਗਾ, ਕਿਉਂਕਿ ਜਿਵੇਂ ਹੀਰਾ ਨੇ ਦੱਸਿਆ ਕਿ ਮਿਸ ਹੈਪਨਿੰਗ ਜਿਹੜੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਜਿਹੜਾ ਟਰੱਕ ਮਾਲਕ ਹੁੰਦਾ ਹੈ ਜਾਂ ਟਰੱਕ ਕੰਪਨੀ ਹੁੰਦੀ ਹੈ ਉਹਦੇ ਤੇ ਬੜੀ ਭਾਰੀ ਪੈਂਦੀ ਹੈ। ਲੇਕਿਨ ਪਿਛਲੇ ਕੁਝ ਸਾਲਾਂ ਵਿੱਚ ਦੇਖਿਆ ਜਾਂਦਾ ਮਿਸ ਹੈਪਨਿੰਗ ਜਿਹੜੀਆਂ ਨੇ, ਐਕਸੀਡੈਂਟ ਜਿਹੜੇ ਨੇ ਬਹੁਤ ਜ਼ਿਆਦਾ ਵਧੇ ਨੇ। ਉਹਦਾ ਤੁਸੀਂ ਮੇਨ ਕਾਰਨ ਕੀ ਮੰਨਦੇ ਹੋ? ਕਿ ਡਰਾਈਵਰਸ ਦੇ ਕੋਲ ਇਨਫੋਰਮੇਸ਼ਨ ਦੀ ਘਾਟ ਸੀਗੀ, ਟ੍ਰੇਨਿੰਗ ਦੀ ਘਾਟ ਹੈ? ਟ੍ਰੇਨਿੰਗ ਦੀ ਘਾਟ ਵੀ ਆ, ਬਾਕੀ ਕੁਝ ਬੱਚੇ ਅੱਜ ਕੱਲ੍ਹ ਫੋਨ ਬਹੁਤ ਜ਼ਿਆਦਾ ਯੂਜ਼ ਕਰਦੇ ਹੈਗੇ ਆ, ਬਈ ਚੱਲਦਿਆਂ ਹੋਇਆਂ ਤੇ ਵੀਡੀਓ ਦੇਖਣੀ ਜਾਂ ਆਪਣਾ ਟੈਕਸਟ ਮੈਸੇਜ ਕਰਨੇ, ਉਸ ਟਾਈਮ ਸਮਝ ਲਓ ਵੀ ਤੁਹਾਨੂੰ 90% ਚਾਂਸ ਹੈਗਾ ਵੀ ਕੋਈ ਹੈਪਨ ਹੋਣ ਦਾ। ਬਾਕੀ ਜਿਹੜੀ ਗੱਲ ਆ ਸੇਫਟੀ ਦੀ, ਆਪਣੇ ਪੰਜਾਬੀ ਬਹੁਤ ਹੈਗੇ ਨੇ ਜਿਹੜੇ ਕਿ ਡਰਾਈਵਰ ਆਉਂਦਾ ਤੇ ਉਹਨੂੰ ਚਲੋ ਵੀ ਚੜ੍ਹ ਜਾਓ, ਕੋਈ ਉਹਨੂੰ ਟ੍ਰੇਨਿੰਗ ਨਹੀਂ ਦਿੰਦੇ ਹੈਗੇ, ਕੋਈ ਉਹਨੂੰ ਆਪਣਾ ਜਿਸ ਤਰ੍ਹਾਂ ਕਿ ਉਹਦਾ ਲਾਇਸੈਂਸ ਨਹੀਂ ਦੇਖਦੇ, ਇਹਨੇ ਪਿੱਛੇ ਕੋਈ ਹੈਪਨ ਕੀਤਾ ਜਾਂ ਇਹਨੇ ਕੋਈ ਕਿੰਨੀਆਂ ਇਹਦੇ ਕੋਲ ਟਿਕਟਾਂ ਵਾ, ਕਿੰਨਾ ਇਹਦੇ ਕੋਲ ਆਪਣਾ ਐਕਸੀਡੈਂਟ ਹੋਏ ਆ। ਆਪਾਂ ਪਹਿਲਾਂ ਚੰਗੀ ਤਰ੍ਹਾਂ ਦੇਖੋ ਵੀ ਇਹਦਾ ਲਾਇਸੈਂਸ ਪਿੱਛੇ ਕੀ ਰੈਕਟ ਹੈਗਾ ਵਾ। ਦੂਜਾ ਨੰਬਰ, ਜਿਵੇਂ ਹੁਣ ਇੰਸ਼ੋਰੈਂਸਾਂ ਨੇ ਵੀ ਬਹੁਤ ਜ਼ਿਆਦਾ ਸਖਤਾਈ ਕੀਤੀ ਹੋਈ ਹੈ, ਸਾਲ ਤੋਂ ਘੱਟ ਲਾਇਸੈਂਸ ਨਹੀਂ ਲੈਂਦੇ ਜੀ। ਜੇ ਤੁਸੀਂ ਅਮਰੀਕਾ ਦੇ ਵਿੱਚ ਰਹਿਣਾ ਤੇ ਇੱਥੇ ਪ੍ਰੋਪਰ ਲਾਅ ਫੋਲੋ ਕਰੋ, ਡਰੱਗ ਟੈਸਟ ਕਰਾਓ, ਇੰਸ਼ੋਰੈਂਸ ਵਿੱਚ ਡਰਾਈਵਰ ਨੂੰ ਪਾਓ, ਫਿਰ ਉਹਨੂੰ ਸਾਰੀ ਸੇਫਟੀ ਦੀ ਟ੍ਰੇਨਿੰਗ ਦੇ ਕੇ ਫਿਰ ਉਹਨੂੰ ਟਰੱਕ ਦੀ ਚਾਬੀ ਦਿਓ। ਨਾ ਕਿ ਤੁਸੀਂ ਉਹਨੂੰ ਡਰਾਈਵਰ ਨੂੰ ਆਉਂਦਿਆਂ ਸਾਰੀ ਉੱਥੋਂ ਲੋੜ ਆ ਤੇ ਚੱਕ ਲਾ ਤੇ ਚਲੇ ਜਾ, ਤੇ ਡਰਾਈਵਰ ਰਾਹ 'ਚ ਜਾ ਕੇ ਪੁੱਛੇ ਵੀ ਇਹਦਾ ਦੂਸਰਾ ਫਿਊਲ ਕਾਰਡ ਕਿੱਥੇ ਆ ਜੀ, ਇਹਦੇ ਪੇਪਰ ਕਿੱਥੇ ਆ ਜੀ, ਆਹ ਕਿੱਥੇ ਹੈਗਾ। ਪਹਿਲਾਂ ਉਹਨੂੰ ਤੁਹਾਨੂੰ 2 ਘੰਟੇ ਲੱਗਦੇ, 3 ਘੰਟੇ ਲੱਗਦੇ, ਪ੍ਰੋਪਰ ਟ੍ਰੇਨਿੰਗ ਦੇ ਕੇ ਫਿਰ ਉਹਨੂੰ ਡਰਾਈਵਰ ਨੂੰ ਤੋਰੋ, ਤਾਂ ਤੁਹਾਡੀ ਕਾਮਯਾਬੀ ਆ। ਜੇ ਤੁਸੀਂ ਆਪਣਾ ਉਸ ਤਰ੍ਹਾਂ ਵੀ ਡਰਾਈਵਰ ਨੂੰ ਸ਼ਕਲ ਵੀ ਨਹੀਂ ਦੇਖੀ ਹੈਗੀ, ਉਹਨੂੰ ਮਿਲੇ ਵੀ ਨਹੀਂ ਹੈਗੇ, ਕੋਈ ਟ੍ਰੇਨਿੰਗ ਨਹੀਂ ਦਿੱਤੀ ਤੇ ਤੁਸੀਂ ਉਹਨੂੰ ਚਾਬੀਆਂ ਫੜਾ ਕੇ ਤੋਰ ਦਿੱਤਾ, ਫਿਰ ਆਪਾਂ ਕਾਮਯਾਬ ਨਹੀਂ ਹੈਗੇ ਜੀ। ਬਿਲਕੁਲ। ਤੁਸੀਂ ਹੀਰਾ, ਤੁਸੀਂ ਇਸ ਗੱਲ ਨੂੰ ਕਿਵੇਂ ਅੱਗੇ ਵਧਾਓਗੇ? ਕਿਉਂਕਿ ਯੰਗਸਟਰਸ ਦੀ ਸੋਚ ਕੀ ਕਹਿੰਦੀ ਹੈ, ਕਿਉਂਕਿ ਸਾਡੇ ਜਿਹੜੇ ਡਰਾਈਵਰਸ ਹੁੰਦੇ ਨੇ, ਜਿਵੇਂ ਉਹਨਾਂ ਨੇ ਕਿਹਾ ਕਿ ਅੱਜ ਮੋਬਾਈਲ ਦਾ ਜ਼ਮਾਨਾ ਹੈ, ਮੋਬਾਈਲ ਨਾਲ ਗੱਲ ਵੀ ਕਰਦੇ ਨੇ, WhatsApp ਤੇ ਲੱਗੇ ਹੁੰਦੇ ਨੇ, YouTube ਤੇ ਕੋਈ ਵੀਡੀਓਜ਼ ਦੇਖ ਰਹੇ ਨੇ। ਦੂਸਰੇ ਪਾਸੇ ਨਸ਼ੇ ਵੀ ਹੈਗੇ ਨੇ, ਡਰਾਈਵਰਸ ਨਸ਼ੇ ਕਰਕੇ ਵੀ ਆਪਣੇ ਆਪ ਨੂੰ, ਤਾਂ ਕਿ ਨੀਂਦ ਨਾ ਆਏ ਸਾਨੂੰ, ਅਸੀਂ ਨਸ਼ੇ ਕਰਦੇ ਰਹੀਏ, ਨੀਂਦ ਨਾ ਆਏ ਔਰ ਅਸੀਂ ਜਿਹੜੀ ਹੈ ਡਰਾਈਵਿੰਗ ਕਰਦੇ ਰਹੀਏ। ਬਹੁਤ ਸਾਰੇ ਸਾਡੇ ਪੰਜਾਬੀ ਟਰੱਕ ਡਰਾਈਵਰਸ ਜਾਂ ਹੋਰ ਮੈਕਸੀਕਨ ਟਰੱਕ ਡਰਾਈਵਰਸ ਵੀ ਜਾਣਾ ਗਈਆਂ ਨੇ ਔਰ ਇੰਨੇ ਖਤਰਨਾਕ ਵੀ ਐਕਸੀਡੈਂਟ ਹੋਏ ਨੇ ਕਿ ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਵੀ ਨੇ, ਲਾਸ਼ਾਂ ਵੀ ਬਾਹਰ ਨਹੀਂ ਕੱਢੀਆਂ ਜਾ ਸਕੀਆਂ, ਉਹ ਵੀ ਅੰਦਰ ਸੜ ਗਈਆਂ। ਇੰਨੇ ਭਿਆਨਕ ਐਕਸੀਡੈਂਟ ਦੇਖੇ ਨੇ। ਤੁਸੀਂ ਕੀ ਕਹਿ ਸਮਝਦੇ ਹੋ ਕਿ ਇਹਨਾਂ ਹਾਦਸਿਆਂ ਦਾ ਕਾਰਨ? ਇਹ ਆਪਾਂ ਫੋਰਸ ਕਰ ਰਹੇ ਆਪਣੇ ਨੂੰ ਜ਼ਿਆਦਾ ਕਿ ਚਲਾਉਣ ਦੀ ਨਾ, ਤੇ ਤਾਂ ਹੀ DOT ਨੇ ਸਖਤਾਈ ਕਰ ਰਹੀ ਹੈ ਕਿ ਲੌਗ ਬੁੱਕਸ ਦੇ ਉੱਤੇ ਪਹਿਲਾਂ ਪੇਪਰ ਲੌਗ ਹੁੰਦੇ ਸੀਗੇ, ਪੇਪਰ ਪਾੜਦੇ ਸੀਗੇ, ਡਨ ਡੀਲ ਖਤਮ, ਤੇ ਕੋਈ ਹਿਸਟਰੀ ਨਹੀਂ, ਤੇ ELD ਸ਼ੁਰੂ ਕੀਤੀਆਂ ਤੇ ਹੌਲੀ ਸਖਤਾਈ ਕਰੀ ਜਾਂਦੇ ਕਿ ਦੇ ਮੇਕ ਇਟ ਮੋਰ ਸਟ੍ਰਿਕਟ ਜੀ। ਕੋਈ ਐਡਿਟ ਕਰਦੇ ਹੈਗੀਆਂ ਤੇ ਉਹਦੀ ਹਿਸਟਰੀ ਹੈਗੀ ਆ, ਜਾਂ ਬਹੁਤ ਸਾਰੀ ELD ਜਿਹੜੀ ਐਡਿਟ ਤੁਸੀਂ ਕਰ ਵੀ ਸਕਦੇ, ਲਾਈਕ ਫੋਰ ਐਗਜ਼ਾਮਪਲ ਸੈਮਸਰਾ, ਇਹ 'ਚ ਤੁਸੀਂ ਕੋਈ ਛੇੜਖਾਨੀ ਨਹੀਂ ਕਰ ਸਕਦੇ ਬਿਲਕੁਲ ਵੀ, ਜਿਹੜੀ ਲੌਗ ਬੁੱਕ ਹੈਗੀ ਆ। ਤੇ ਆਪਣੇ ਆਪ ਨੂੰ ਫੋਰਸ ਕਰਨਾ ਲਗਾਤਾਰ ਚਲਾਉਣ ਲਈ, ਉਹ ਸਹੀ ਗੱਲ ਨਹੀਂ ਹੈਗੀ। ਅਸੀਂ ਤਾਂ ਇਹ ਕਹੀਦਾ ਕਿ ਲੋਡ ਭਾਵੇਂ 5 ਮਿੰਟ ਲੇਟ ਹੋ ਜਾਵੇ ਜੀ, ਪਰ ਸਹੀ ਪਹੁੰਚ ਜਾਵੇ। ਲੇਟ ਹੋ ਜਾਵੇ ਜੁਰਮਾਨਾ ਪੈਂਦਾ, ਕੋਈ ਆਪਾਂ ਸਹੀ ਪਹੁੰਚੀਏ। ਲਾਟ ਟਾਈਮਸ ਇਟਸ ਬੈਡ ਪਲੈਨਿੰਗ, ਗਲਤ ਪਲੈਨਿੰਗ ਕਿ ਯਾਰਡ 'ਚ ਲੋਡ ਬੈਠਾ ਰਿਹਾ, ਯਾਦ ਆਇਆ ਤੇ ਕਿਹਨੇ ਕਸਟਮਰ ਦੀ ਕਾਲ ਕਿੱਥੇ ਪਹੁੰਚੇ, ਫੇਰ ਤੋਰਨਾ ਬਾਅਦ ਚੋਂ ਕਹਿਣਾ ਕਿ ਖਿੱਚ ਕੇ ਲੈ ਜਾਓ, ਕਿਹਨੇ ਰੁਕਣਾ ਨਹੀਂ ਹੈਗਾ। ਜਾਂ ਜਿਹੜੀ ਟੀਮ ਲੋਡ ਹੁੰਦੀ ਹੈਗੀ ਆ, ਟੀਮ ਲੋਡ ਹੁੰਦੇ ਮਹਿੰਗੇ ਲੋਡ ਹੁੰਦੇ ਆ, ਤੇ ਉੱਤੇ ਸੋਲੋ ਡਰਾਈਵਰ ਚੜਾ ਦੇਣਾ। ਸੋਲੋ ਡਰਾਈਵਰਾਂ ਨੂੰ ਇਹ ਹੁੰਦਾ ਕਿ ਮੈਂ ਜ਼ਿਆਦਾ ਚਲਾਉਂਗਾ, ਮੇਰੀ ਤਨਖਾਹ ਵੱਧ ਜੂਗੀ, ਤੇ ਉਹ ਸਹੀ ਨਹੀਂ ਹੈਗਾ। ਕਿਤੇ ਕਿਤੇ ਬੰਦਾ ਧੱਕਾ ਕਰ ਲੈਂਦਾ, ਬਟ ਤੁਸੀਂ ਜੇ ਸੋਚੋ ਕਿ ਮੈਂ ਲੌਂਗ ਟਰਮ ਚੱਲਣਾ ਹੈਗਾ ਵਾ, ਮਾਰ ਖਾਣੀ ਇੱਕ ਨਾ ਇੱਕ ਦਿਨ ਕਿਸੇ ਨੇ, ਉਹ ਸਹੀ ਨਹੀਂ ਹੈਗਾ। ਆਪਾਂ ਨਾ ਬੋਡੀ ਨੂੰ ਪੁਸ਼ ਕਰੀ ਨਾ ਜਾਂਦਾ, ਕਿਉਂਕਿ ਨੀਂਦ ਜੇ ਆਵੇ ਤੇ ਉਹਦਾ ਇੱਕੋ ਹੀ ਤੋੜ ਆ, ਨੀਂਦ ਸੋਣਾ। ਕੁਛ ਨਹੀਂ ਹੈ, ਕੋਈ ਦਵਾਈ ਨਹੀਂ ਹੈਗੀ ਜਿਹੜਾ ਤੁਹਾਨੂੰ ਤੁਸੀਂ ਪੀ ਕੇ ਨਾ ਬਿਲਕੁਲ ਬੂਸਟ ਕਰ ਦੋਗੇ, ਐਨਰਜੀ ਡਰਿੰਕ ਕੁਛ ਵੀ ਹੈਗਾ ਵਾ, ਪਰ ਕਿੰਨਾ ਚਿਰ ਤੁਸੀਂ ਸ਼ੇਰ ਨਾਲ ਤੱਕ ਕਿੰਨਾ ਚਿਰ ਕਰਦੇ ਰਹੋਗੇ। ਬਿਲਕੁਲ ਠੀਕ ਹੈ। ਹੁਣ ਤੁਹਾਡੀ ਅਸੀਂ ਬਿਜ਼ਨਸ ਦੀ ਵੀ ਗੱਲ ਕੀਤੀ ਹੈ, ਹੁਣ ਮੈਂ ਆਵਾਂਗਾ ਯੂਥ ਦੇ ਉੱਤੇ। ਅਵਤਾਰ ਸਿੰਘ ਜੀ, ਅੱਜ ਜਿਹੜਾ ਯੂਥ ਹੈਗਾ, ਅਸੀਂ ਜਦੋਂ ਅਮਰੀਕਾ ਦੀ ਪੋਲੀਟਿਕਸ ਵੱਲ ਨਜ਼ਰ ਮਾਰਦੇ ਹਾਂ, ਇੱਥੋਂ ਦੀ ਕੈਪੀਟਲ ਹਿੱਲ ਵੱਲ ਨਜ਼ਰ ਮਾਰਦੇ ਹਾਂ, ਤਾਂ ਕੋਈ ਵੀ ਜਿਹੜਾ ਸਾਡਾ ਪੰਜਾਬੀ ਕੋਈ ਯੂਥ ਹੈ ਜਾਂ ਇੰਡੀਆ ਦਾ ਕੋਈ ਯੂਥ ਹੈਗਾ, ਉਹ ਕੋਈ ਵੀ ਪੋਲੀਟੀਸ਼ੀਅਨ ਸਾਨੂੰ ਦਿਖਾਈ ਨਹੀਂ ਦਿੰਦਾ। ਪਰ ਜਦੋਂ ਅਸੀਂ ਅਮਰੀਕਾ ਦੇ ਗੁਆਂਢੀ ਮੁਲਕ ਵੱਲ ਨਜ਼ਰ ਮਾਰਦੇ ਹਾਂ, ਕੈਨੇਡਾ ਵੱਲ ਨਜ਼ਰ ਮਾਰਦੇ ਹਾਂ, ਤਾਂ ਉੱਥੇ ਪਾਰਲੀਮੈਂਟ 'ਚ ਬਹੁਤ ਸਾਡੇ ਜਿਹੜੇ ਪੰਜਾਬੀ ਨੇ ਜਾਂ ਇੰਡੀਅਨ ਕਮਿਊਨਿਟੀ ਦੇ ਲੋਕ ਚੁਣ ਕੇ ਅੱਗੇ ਗਏ ਨੇ। ਹਾਂਜੀ ਹਾਂਜੀ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਕੀ ਸਾਡਾ ਯੂਥ ਜਿਹੜਾ ਹੈਗਾ ਪੋਲੀਟਿਕਸ ਤੋਂ ਡਰਦਾ ਵਿਖਾਈ ਦੇ ਰਿਹਾ ਹੈ? ਆਪਣੇ ਪੰਜਾਬੀ ਜਿਸ ਤਰ੍ਹਾਂ ਬਹੁਤ ਘੱਟ ਆ, ਜਿਵੇਂ ਇੱਕ ਲਾਈਨ ਹੁੰਦੀ ਆ, ਜਿਵੇਂ ਆਪਣੇ ਹੁਣ ਜਿਵੇਂ ਟਰੱਕਿੰਗ ਲਾਈਨ ਦੇ ਵਿੱਚ ਪੰਜਾਬੀ ਆ ਗਏ, ਉਹ ਜਿਵੇਂ ਉਹਦਾ ਅੱਗੇ ਰਿਸ਼ਤੇਦਾਰ ਆ, ਕੋਈ ਭੈਣ ਭਰਾ ਵਾ, ਵੀ ਟਰੱਕਿੰਗ ਦੇ ਵਿੱਚ ਚੱਲੀ ਜਾਂਦੇ, ਜਾਂ ਕੋਈ ਗੈਸ ਸਟੇਸ਼ਨਾਂ 'ਚ ਆ ਗਏ,
ਉਹ ਗੈਸ ਸਟੇਸ਼ਨਾਂ ਵਿੱਚ ਹੀ ਜਿਸ ਤਰ੍ਹਾਂ ਅੱਗੇ ਪਈ ਜਾਂਦੇ ਹੈਗੇ ਆ ਜੀ ਬਿਜ਼ਨਸ ਵਿੱਚ ਹੀ ਪਈ ਬਿਜ਼ਨਸ 'ਚ ਪਈ ਜਾਂਦੇ ਆ। ਜਿਸ ਤਰ੍ਹਾਂ ਗੁਜਰਾਤੀ ਮੋਟਰਾਂ 'ਚ ਪਏ ਹੈਗੇ ਆ ਤਾਂ ਮੋਟਰਾਂ 'ਚ ਹੀ ਆਪਣਾ ਅੱਗੇ ਤੋਂ ਅੱਗੇ ਰੈਫਰ ਕਰੀ ਜਾਂਦੇ ਹੈਗੇ ਆ। ਜੀ। ਇਸ ਕਰਕੇ ਹੁਣ ਜਿਵੇਂ ਕੈਨੇਡਾ ਵਿੱਚ ਆਪਣੇ ਪੰਜਾਬੀ ਬਹੁਤ ਜ਼ਿਆਦਾ ਹੈਗੇ ਆ, ਪੋਲਿਟਿਕਸ ਦੇ ਵਿੱਚ ਹੈਗੇ ਆ, ਤਾਂ ਉਹ ਫਿਰ ਅੱਗੇ ਆਪਣੇ ਜਿਵੇਂ ਰੈਫਰ ਕਰਦੇ ਹੈਗੇ ਆ। ਤੇ ਇੱਥੇ ਵੀ ਆਪਾਂ ਨੂੰ ਆਉਣਾ ਚਾਹੀਦਾ ਹੈਗਾ ਪੋਲਿਟਿਕਸ ਵਿੱਚ, ਪਰ ਇੱਥੇ ਆਪਣੇ ਪੰਜਾਬੀ ਬਹੁਤ ਘੱਟ ਹੈਗੇ ਜਿਹੜੇ ਇਹਦੇ ਵਿੱਚ ਪੋਲਿਟਿਕਸ ਵਿੱਚ ਆਏ ਹੈਗੇ ਆ। ਜੀ ਯੂਥ ਦੀ ਕੀ ਸੋਚ ਹੈ ਹੀਰਾ, ਕਿਉਂਕਿ ਜਦੋਂ ਪੇਰੈਂਟਸ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਲਿਖਾਉਂਦੇ ਨੇ ਔਰ ਕੁਝ ਬਣਨ ਲਈ ਅੱਗੇ ਤੋਰਦੇ ਨੇ ਤਾਂ ਪੇਰੈਂਟਸ ਹਮੇਸ਼ਾ ਕਹਿੰਦੇ ਬੇਟਾ ਤੁਸੀਂ ਡਾਕਟਰ ਬਣਨਾ ਹੈ, ਲਾਇਰ ਬਣਨਾ ਹੈ, ਤੁਸੀਂ ਨਾਸਾ ਤੱਕ ਵੀ ਜਾਣਾ ਹੈ, ਤੁਸੀਂ ਕੁਝ ਵੀ ਕਰਨਾ ਹੈ ਕਰੋ, IT ਇੰਡਸਟਰੀ ਜਾਣਾ ਜਾਓ। ਲੇਕਿਨ ਪੇਰੈਂਟਸ ਕਦੀ ਇਹ ਨਹੀਂ ਕਹਿੰਦੇ ਕਿ ਬੇਟਾ ਤੂੰ ਨਾ ਪੋਲੀਟੀਸ਼ੀਅਨ ਬਣੇ। ਐਸਾ ਕਿਉਂ? You know, in our community, ਡਾਕਟਰ, ਵਕੀਲ, ਇੰਜੀਨੀਅਰ, ਇਹਨਾਂ ਦੀ ਜਿਹੜੀ ਪੋਜੀਸ਼ਨ ਹੈ ਕਾਫੀ ਰਿਸਪੈਕਟ ਕਰਦੇ ਹੈਗੇ ਆ। ਤੇ ਹਰੇਕ ਮਾਂ-ਬਾਪ ਨੂੰ ਹੁੰਦਾ ਕਿ ਮੇਰਾ ਨਹੀਂ ਪੋਲੀਟੀਸ਼ੀਅਨ ਦੀ ਵੀ ਯਾਰ ਇਮੇਜ ਬਹੁਤ ਵਧੀਆ ਹੁੰਦੀ ਹੈ। ਇਟਸ ਅ ਡਿਫਰੈਂਟ ਥਿੰਗ, ਇਟਸ ਅ ਲੋਟ ਟਫਰ। ਉਹਨਾਂ ਨੂੰ ਪਤਾ ਕਿ ਪੜ੍ਹਾਈ ਕਰ ਲਓਗੇ ਬੰਦਾ ਪਹੁੰਚ। ਪੋਲਿਟਿਕਸ ਇਹ ਇਸ ਅਬਾਊਟ ਨੋਇੰਗ ਦ ਰਾਈਟ ਪੀਪਲ। ਉਹ ਇਸ ਜੇ ਤੁਸੀਂ ਪੋਲਿਟਿਕਸ ਹੀ ਵੜਦੇ ਹੋ, ਯੂ ਕੈਨਟ ਹੈਵ ਅਦਰ ਥਿੰਗਸ ਔਨ ਦ ਸਾਈਡ। ਇਹ ਨਹੀਂ ਕਿ ਮੈਂ ਨਾਲ ਆਪਣਾ ਕੰਮ ਚਲਾਈ ਜਾਵਾਂ, ਕੁਛ ਹੈਗਾ ਪੂਰਾ ਵਿੱਚ ਵੜਨਾ ਪੈਂਦਾ ਹੈਗਾ ਕਿ ਕਿਤੇ ਪਹੁੰਚਣ ਲਈ। ਤੇ ਉਹ ਵੀ ਕੋਈ ਪਹੁੰਚਦਾ ਹੈਗਾ ਵਾ। And I don't think ਆਪਣੇ ਇੱਥੇ ਅਮਰੀਕਾ ਵਿੱਚ there's many people who have broken the barrier. I know ਕਿ ਕਈ ਹੈਗੇ ਜਿਵੇਂ they you know have gotten good positions but truly broken the barrier ਕਿ ਜਿੱਥੇ ਆ ਕੇ ਇੱਕ ਸਟੇਜ ਤੇ ਆ ਕੇ ਬੰਦਾ ਆਪਣਾ ਹੋਰ ਲੋਕਾਂ ਨੂੰ ਵਿੱਚ ਇਨਫਲੂਐਂਸ ਕਰ ਸਕਦਾ ਵਾ ਆਉਣ ਲਈ। ਲਾਈਕ ਡੈਡ ਮੈਂਸ਼ਨ ਕਿ ਕਮਿਊਨਿਟੀਆਂ ਵਿੱਚ ਜਿਹੜਾ ਬੰਦਾ ਜਿੱਧਰ ਵੜ ਗਿਆ ਉਧਰ ਹੀ ਆਪਣੇ ਬੰਦੇ ਨਾਲ, ਕਿਉਂਕਿ ਹੁਣ ਮੈਨੂੰ ਟਰੱਕਿੰਗ ਦੀ ਨੌਲੇਜ ਹੈਗੀ ਆ। ਜੇ ਕਿਸੇ ਨੇ ਕੋਈ ਕੰਮ ਸ਼ੁਰੂ ਕਰਨਾ ਮੈਂ ਟਰੱਕਿੰਗ ਦੀ ਐਡਵਾਈਸ ਦੇ ਸਕਦਾ। I can't give advice for you know motels, I can't give advice for restaurants and stuff. ਬਿਲਕੁਲ ਹਾਂਜੀ ਕਿ ਉਹ ਗੱਲ ਹੈਗੀ ਆ। ਪਰ ਯੂਥ ਆਣਾ ਚਾਹੁੰਦਾ ਪੋਲਿਟਿਕਸ ਵਿੱਚ? that I would you know ਮੈਨੂੰ ਤੁਹਾਡੀ ਗੱਲ ਕੀਤੀ ਹੈ ਤੁਸੀਂ ਕਿ ਤੁਹਾਨੂੰ ਕੋਈ ਆਫਰ ਕਰੇ ਕਿ ਹਾਂ ਤੁਸੀਂ ਪੋਲਿਟਿਕਸ ਚ ਆਓ ਔਰ ਸਾਡੇ ਨਾਲ ਜੁੜੋ, ਕਿਸੇ ਪਾਰਟੀ ਨਾਲ ਜੁੜੋ, ਹਾਂਜੀ ਕੀ ਜੁੜੋਗੇ? ਡਿਪੈਂਡਸ। ਮੈਨੂੰ ਇਦਾਂ ਮੈਨੂੰ ਪਤਾ ਜੇ ਮੈਂ ਪੋਲਿਟਿਕਸ ਵਿੱਚ ਯੂ ਲੈਟਸ ਜਸਟ ਸੇ ਕਿ ਤੁਸੀਂ ਕਹਿ ਰਹੇ ਹੋ ਕਿ ਆਫਰ ਆਉਂਦੀ ਵੀ ਹੈਗੀ ਆ। ਯੂ ਹੈਵ ਟੂ ਬੀ ਵੈਰੀ ਕੇਅਰਫੁਲ ਇਨ ਪੋਲਿਟਿਕਸ। ਤੇ ਕੰਮ ਵੱਲ ਧਿਆਨ ਘੱਟ ਜਾਂਦਾ ਤੇ ਠੀਕ ਹੈ। ਅਵਤਾਰ ਸਿੰਘ ਜੀ, ਪੋਲਿਟਿਕਸ ਨੂੰ ਨੈਗੇਟਿਵ ਟਰਮ ਨਾਲ ਜ਼ਿਆਦਾ ਜੋੜਿਆ ਜਾਂਦਾ ਹੈ ਕਿਉਂਕਿ ਜਦੋਂ ਅਸੀਂ ਪੋਲਿਟਿਕਸ ਕਹਿੰਦੇ ਆ ਤਾਂ ਇਹਦਾ ਮਤਲਬ ਸੀਗਾ ਪਹਿਲਾਂ ਸੇਵਾ, ਕਿ ਤੁਸੀਂ ਆਪਣੇ ਗਲੀ ਮੁਹੱਲੇ ਦੀ ਸੇਵਾ ਕਰਨੀ ਹੈ, ਫਿਰ ਸ਼ਹਿਰ ਦੀ ਸੇਵਾ ਕਰਨੀ ਹੈ, ਫਿਰ ਡਿਸਟ੍ਰਿਕਟ ਦੀ, ਸਟੇਟ ਦੀ, ਫਿਰ ਮੁਲਕ ਦੀ ਸੇਵਾ ਕਰਨੀ ਹੈ। ਪਰ ਅੱਜ ਜਿਹੜਾ ਨਾ ਮੁਕਾਮ ਚੇਂਜ ਹੋ ਰਿਹਾ ਹੈ। ਅੱਜ ਪੋਲਿਟਿਕਸ ਦਾ ਮਤਲਬ ਨੈਗੇਟਿਵ ਇੰਪੈਕਟ ਜ਼ਿਆਦਾ ਦੇਖਿਆ ਜਾ ਰਿਹਾ ਹੈ ਕਿ ਹਾਂ ਸਾਡੇ ਬੱਚੇ ਜਾਣਗੇ ਜਾਂ ਅਸੀਂ ਖੁਦ ਜਾਵਾਂਗੇ ਤਾਂ ਸਾਨੂੰ ਸਾਡੀ ਨਿੰਦਾ ਚੁਗਲੀ ਹੋਏਗੀ, ਸਾਡੀ ਨੈਗੇਟਿਵ ਇੰਪੈਕਟ ਜ਼ਿਆਦਾ ਦੇਖਿਆ ਜਾਏਗਾ। ਇਸ ਕਰਕੇ ਵੀ ਬੱਚੇ ਤੁਹਾਨੂੰ ਲੱਗਦਾ ਕਿ ਨਹੀਂ ਜਾ ਰਹੇ ਜਾਂ ਮਾਂ ਪਿਓ ਨਹੀਂ ਭੇਜ ਰਹੇ? ਜਿਵੇਂ ਹਰ ਇੱਕ ਦਾ ਧਿਆਨ ਇਸ ਟਾਈਮ ਬਿਜ਼ਨਸ ਵੱਲ ਹੀ ਹੈਗਾ। ਅਗਲੇ ਸੋਚਦੇ ਵੀ ਜਿਵੇਂ ਇੰਡੀਆ ਵਿੱਚ ਤੇ ਹਰ ਕੋਈ ਪੈਸਾ ਕਮਾਉਣ ਵਾਸਤੇ ਪੋਲਿਟਿਕਸ ਵਿੱਚ ਵੜਦਾ ਹੈਗਾ, ਤੇ ਇੱਥੇ ਜਿਵੇਂ ਸੋਚਦੇ ਕਿ ਇਹ ਸੇਵਾ ਹੈਗੀ ਆ। ਆਪਣੇ ਕੁਝ ਬੰਦੇ ਹੈਗੇ ਵੀ ਆ ਵੀ ਇਹ ਤਾਂ ਨਹੀਂ ਹੈਗਾ ਵੀ ਛੋਟੀ ਮੋਟੀਆਂ ਪੋਸਟਾਂ ਦੇ ਉੱਤੇ ਤੇ ਆਪਣੇ ਬਿਜ਼ਨਸ ਵੀ ਕਰਦੇ ਨਾਲ, ਉਹ ਵੀ ਇਹ ਵੀ ਨਾਲ ਸੇਵਾ ਵੀ ਕਰਦੇ ਹੈਗੇ ਆ। ਇੱਥੇ ਜ਼ਿਆਦਾਤਰ ਇਹਨੂੰ ਸਮਝਿਆ ਜਾਂਦਾ ਵੀ ਇੱਕ ਸੇਵਾ ਹੈਗੀ ਆ ਜਿਹੜੀ ਆਪਣਾ। ਤੇ ਇੰਡੀਆ ਵਿੱਚ ਤੇ ਕੋਈ ਵੀ ਹੈਗਾ ਆਪਾਂ ਹਰ ਇੱਕ ਨੂੰ ਕਹਿ ਦਿੰਦੇ ਵੀ ਇਹ ਤਾਂ ਇੱਕ ਪੈਸੇ ਕਮਾਉਣ ਵਾਸਤੇ ਹੀ ਪੋਲਿਟਿਕਸ ਦੇ ਵਿੱਚ ਬਣਿਆ ਹੈਗਾ ਵਾ। ਜੀ ਹਾਂਜੀ। ਪਰ ਜਿਹੜਾ ਯੂਥ ਹੈਗਾ ਪੰਜਾਬ ਦਾ, ਜਿਹੜਾ ਹਰਿਆਣਾ ਦਾ ਯੂਥ ਹੈ, ਇੰਡੀਆ ਦਾ ਯੂਥ ਹੈ, ਜਦੋਂ ਉਹ ਵੱਡੇ ਵੱਡੇ ਬਿਜ਼ਨਸ ਟਾਈਕੂਨਸ ਨੂੰ ਦੇਖਦਾ ਹੈ, ਮੇਰਾ ਆਖਰੀ ਸਵਾਲ ਤੁਹਾਡੇ ਤੋਂ ਜ਼ਰੂਰ ਹੋਏਗਾ ਦੋਨਾਂ ਤੋਂ, ਕਿ ਉਹ ਜਦੋਂ ਇੱਥੇ ਬਿਜ਼ਨਸ ਟਾਈਕੂਨਸ ਨੂੰ ਦੇਖਦਾ ਹੈ, ਇੱਥੋਂ ਦੀ ਚਕਾਚੌਂਧ ਦੇਖਦਾ ਹੈ, ਡਾਲਰਸ ਦੀ ਜਿਹੜੀ ਚਕਾਚੌਂਧ ਦੇਖਦਾ ਹੈ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਇੱਥੇ ਜਾ ਕੇ ਜਾਓ, ਵਸੋ ਔਰ ਅਸੀਂ ਲੱਖਾਂ ਰੁਪਏ ਖਰਚ ਕਰਕੇ ਵੀ ਲੀਗਲ ਜਾਂ ਇਲੀਗਲ ਤਰੀਕੇ ਨਾਲ ਅਸੀਂ ਪਹੁੰਚ ਜਾਈਏ ਔਰ ਇੱਥੇ ਅਸੀਂ ਧਨ ਦੌਲਤ ਕਮਾ ਲਾਂਗੇ। ਹਾਂਜੀ, ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕਿ ਵਾਕਈ ਜਦੋਂ ਇਲੀਗਲ ਤਰੀਕੇ ਡੌਂਕੀ ਲਗਾ ਕੇ ਇੱਥੇ ਆਉਂਦੇ ਨੇ ਕਿ ਵਾਕਈ ਇੱਥੇ ਈਜ਼ੀ ਹੈ ਡਾਲਰ ਕਮਾਉਣਾ? ਅਵਤਾਰ ਸਿੰਘ ਜੀ। ਹਾਂਜੀ, ਇਹ ਬੜਾ ਵਧੀਆ ਸਵਾਲ ਆ ਤੁਹਾਡਾ ਬਰਵਾਨੀ ਸਾਹਿਬ। ਤੇ ਹੁਣ ਬਹੁਤ ਜਿਸ ਤਰ੍ਹਾਂ ਹਰਿਆਣੇ ਦੇ ਬੱਚੇ ਬਹੁਤ ਆ ਰਹੇ ਹੈਗੇ ਆ। ਹੁਣ ਜਿਵੇਂ ਇਸ ਟਾਈਮ ਜੋ ਚੱਲ ਰਿਹਾ ਹੈਗਾ ਨਾ, ਰਿਸੈਸ਼ਨ ਜਿਵੇਂ ਚੱਲ ਰਿਹਾ ਹੈਗਾ ਜੀ, ਸਾਡਾ ਫੰਟਾਨਾ ਛੋਟਾ ਜਿਹਾ ਸ਼ਹਿਰ ਆ, ਇਹਦੇ ਵਿੱਚ ਹੀ 500 ਬੱਚਾ ਵਿਹਲਾ ਬੈਠਾ ਹੋਊਗਾ ਇਸ ਟਾਈਮ। ਪਹਿਲਾਂ ਜਿਸ ਤਰ੍ਹਾਂ ਹੁੰਦੇ ਸੀਗੇ ਵੀ ਕੋਈ ਕੰਮ ਜਿਵੇਂ ਹੁੰਦਾ ਸੀ ਵੀ ਕੋਈ ਕਹਿੰਦਾ ਮੈਨੂੰ ਕੋਈ ਬੰਦਾ ਆਇਆ ਮੇਰੇ ਕੋਲ ਭੇਜੀ, ਮੈਨੂੰ ਨਵੀਂ ਕੋਈ ਵੀ ਆਇਆ, ਪਰ ਇਸ ਟਾਈਮ ਸਾਡੇ ਕੋਲ ਹੀ 10-15 ਬੰਦੇ ਰੋਜ਼ ਹੀ ਪੁੱਛਣ ਆ ਜਾਂਦੇ ਭਾਜੀ ਕੰਮ ਚਾਹੀਦਾ ਹੈਗਾ, ਹੈ ਨਹੀਂ ਬਈ ਮਹੀਨਾ ਫ੍ਰੀ ਕਰਾ ਦਿਓ,
ਇਸ ਤਰ੍ਹਾਂ ਦੇ ਵੀ ਆਉਂਦੇ ਹੈਗੇ 2 ਮਹੀਨੇ ਫ੍ਰੀ ਕਰਾ ਦਿਓ ਅੱਛਾ। ਵੀ ਆਹ ਹਾਲਾਤ ਬਣੇ ਹੋਏ ਇਸ ਟਾਈਮ ਐਡੀ ਵੱਡੀ ਕੰਟਰੀ ਦੇ ਅਮਰੀਕਾ ਦੇ ਵੀ ਇੱਥੇ ਕੰਮਾਂ ਦੀ ਇੰਨੀ ਕਿ ਜ਼ਿਆਦਾ ਜਿਵੇਂ ਕੰਮ Jobs slow ਦੀ ਹੋਇਆ, ਘਾਟ ਹੈਗੀ ਹੈ। ਜੌਬ ਦੀ ਘਾਟ ਹੈਗੀ ਬਹੁਤ ਜ਼ਿਆਦਾ। ਹੁਣ ਜਿਨ੍ਹਾਂ ਨੇ 45 ਲੱਖ ਲਾ ਕੇ ਆਉਣਾ ਹੈਗਾ ਵਾ ਤੇ ਉਹਨਾਂ ਨੂੰ ਕੰਮ ਵੀ ਚਾਹੀਦਾ ਹੈਗਾ ਵਾ, ਬਿਲਕੁਲ। ਪਿੱਛੋਂ ਵੀ ਆਪਣਾ ਕੋਈ ਵੀ ਹੈਗਾ। ਹੁਣ ਜਿਵੇਂ ਆਪਾਂ ਦੇਖਦੇ ਹਾਂ ਕਿ ਕੈਨੇਡਾ ਵਿੱਚ ਹਰ ਤੀਜੇ ਦਿਨ ਖਬਰ ਆਈ ਹੁੰਦੀ ਆ ਬੱਚੇ ਦਾ ਹਾਰਟ ਅਟੈਕ ਹੋ ਕੇ ਉਹਦੀ ਮੌਤ ਹੋ ਗਈ। ਉਹਦਾ ਕਾਰਨ ਕੀ ਹੈਗਾ? 6 ਮਹੀਨੇ ਕੰਮ ਨਹੀਂ ਮਿਲਿਆ, ਪਿੱਛੋਂ ਘਰਦਿਆਂ ਨੇ ਵੀ ਕਹਿਣਾ ਵਾ ਵੀ ਪੈਸਾ ਭੇਜੋ, ਅਸੀਂ ਤਾਂ ਜ਼ਮੀਨ ਗਹਿਣੇ ਰੱਖੀ, ਅਸੀਂ ਆਹ ਰੱਖਿਆ ਹੈਗਾ ਵਾ। ਉਹ ਕੀ ਟੈਨਸ਼ਨ ਵੀ ਜਾਏਗਾ, ਜਿਹੜੇ ਉਹ ਤੋਂ ਪਹਿਲਾਂ ਦੇ ਆਏ ਹੈਗੇ ਬੱਚੇ ਉਹਨਾਂ ਨੂੰ ਵੀ ਕੰਮ ਨਹੀਂ ਮਿਲਿਆ ਹੈਗਾ। ਤੇ ਇਸ ਕਰਕੇ ਜਿਹੜੇ ਅੱਜ ਕੱਲ੍ਹ ਬੱਚੇ ਆ ਰਹੇ ਨਾ, ਜਿਹੜਾ 40-50 ਲੱਖ ਲਾ ਕੇ ਆ ਰਹੇ ਹੈਗੇ ਆ, ਠੀਕ ਆ ਅੱਜ ਤੋਂ ਕੁਝ ਸਾਲ ਪਹਿਲਾਂ ਬਹੁਤ ਵਧੀਆ ਸੀਗਾ, ਜਿਸ ਤਰ੍ਹਾਂ ਪੈਸਾ ਬਹੁਤ ਬਣਦਾ ਸੀਗਾ ਜਿਹੜੇ ਲੇਬਰ ਤਬਕੇ ਵਿੱਚ ਵੀ ਤੇ ਇਹਦੇ ਵਿੱਚ ਵੀ, ਟਰੱਕਿੰਗ ਦੇ ਵਿੱਚ ਵੀ, ਹਰ ਚੀਜ਼ ਦੇ ਵਿੱਚ। ਪਰ ਅੱਜ ਉਹ ਹਾਲਾਤ ਨਹੀਂ ਹੈਗੇ ਵੀ ਇੰਨਾ ਈਜੀ ਨਹੀਂ ਹੈਗਾ ਵੀ ਆਪਣਾ ਜੇ ਕਿਸੇ ਦਾ ਰਿਲੇਸ਼ਨਸ਼ਿਪ ਹੈਗਾ ਉਹਨੂੰ ਤਾਂ ਜੌਬ ਮਿਲ ਜਾਂਦੀ ਆ। ਹੁਣ ਮੇਰੇ ਕੋਈ ਆਏਗਾ ਰਿਸ਼ਤੇਦਾਰ, ਮੈਂ ਉਹਨੂੰ ਕਿਸੇ ਨਾ ਕਿਸੇ ਨੂੰ ਜਗ੍ਹਾ ਸੈੱਟ ਕਰਾਂਗਾ, ਕਿਸੇ ਨੂੰ ਹਟਾ ਕੇ। ਹੁਣ ਜਿਹੜੇ ਨਵੇਂ ਬੱਚੇ ਆ ਰਹੇ ਆ ਜਿਨ੍ਹਾਂ ਦਾ ਕੋਈ ਵੀ ਇੱਥੇ ਰਿਸ਼ਤੇਦਾਰੀ ਨਹੀਂ ਹੈਗੀ, ਪਰ ਉਹਨਾਂ ਵਾਸਤੇ ਬਹੁਤ ਟਫ ਹੈਗਾ ਇਸ ਟਾਈਮ, ਬਹੁਤ ਜ਼ਿਆਦਾ। ਜੀ ਹੀਰਾ, ਅੱਜ ਕੱਲ੍ਹ ਦਾ ਜਿਹੜਾ ਯੂਥ ਹੈਗਾ ਈਜ਼ੀ ਮਨੀ ਕਮਾਉਣਾ ਚਾਹੁੰਦਾ ਹੈ, ਪੈਸਾ ਬਹੁਤ ਜਲਦੀ, ਅੱਜ ਦਿਨ ਰਾਤ ਦੇ ਅੱਜ ਰਾਤੋਂ ਰਾਤ ਮੈਂ ਕਰੋੜਪਤੀ ਬਣ ਜਾ। ਉਸ ਚੱਕਰ ਵਿੱਚ ਜਿਹੜੇ ਅੱਜ ਦਾ ਜਿਹੜਾ ਯੂਥ ਹੈਗਾ ਡਰੱਗਸ ਵਿੱਚ ਵੀ ਜਾ ਰਿਹਾ ਹੈ, ਗੈਂਗ ਵਾਇਲੈਂਸ ਵਿੱਚ ਵੀ ਜਾ ਰਿਹਾ ਹੈ, ਔਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕ੍ਰਾਈਮ ਹੈਗੇ ਨੇ ਉਹਨੂੰ ਵੀ ਕਰਨ ਤੇ ਹਿਚਕਚਾਉਂਦਾ ਨਹੀਂ ਹੈਗਾ। ਤੁਸੀਂ ਕੀ ਕਹਿਣਾ ਚਾਹੋਗੇ ਕਿ ਈਜ਼ੀ ਮਨੀ ਸਹੀ ਰਸਤਾ ਹੈ? ਈਜ਼ੀ ਮਨੀ ਬੰਦਾ ਜਿੰਨੀ ਛੇਤੀ ਉੱਪਰ ਜਾਓ ਉਨੀ ਛੇਤੀ ਥੱਲੇ ਆਉਂਦਾ ਹੈਗਾ ਵਾ। ਯੂ نو ਸਪੈਸ਼ਲੀ ਇਨ ਅ ਕੰਟਰੀ ਲਾਈਕ ਦਿਸ ਅਮਰੀਕਾ ਵਿੱਚ ਤੁਸੀਂ ਕਾਨੂੰਨ ਤੋਂ ਬਹੁਤਾ ਚਿਰ ਤੱਕ ਭੱਜ ਨਹੀਂ ਸਕਦੇ ਹੈਗੇ। ਜੇ ਆਪਾਂ ਗਲਤ ਕਰੀਏ, ਅਸੀਂ ਤਾਂ ਇਹ ਕਹਿੰਦਾ ਕਿ ਕੰਮ ਕੋਈ ਛੋਟਾ ਨਹੀਂ ਜਦ ਤੱਕ ਕਿਸੇ ਦਾ ਕੋਈ ਨੁਕਸਾਨ ਨਾ ਕਰੀਏ ਆਪਾਂ, ਹੈਨਾ। ਕਿ ਜਿਵੇਂ ਲੋਕੀ ਇੱਥੇ ਆਉਂਦੇ ਨੇ ਆਪਣੇ ਕੇਸ ਲਾਉਂਦੇ ਨੇ, ਆਈ ਥਿੰਕ 1 ਸਾਲ ਦੇ ਵਿੱਚ ਬੰਦਾ ਆਪਣੇ ਪੈਰਾਂ ਖੜੇ ਹੋਣ ਜੋਗਾ ਹੋ ਜਾਂਦਾ, ਪੈਰਾਂ ਤੇ ਖੜੇ ਹੋਣ ਦੀ ਵਰਕ ਪਰਮਿਟ ਆ ਜਾਂਦਾ, ਕੰਮ ਕਰ ਸਕਦੇ ਨੇ, ਟਰੱਕਿੰਗ ਲਾਇਸੈਂਸ ਲੈ ਸਕਦੇ ਆ, ਜਾਂ ਹੋਰ ਕਿਤੇ ਯੂ نو ਲੀਗਲ ਜੌਬ ਕਰ ਸਕਦੇ ਹੈਗੇ ਆ। ਯੂ نو ਪਹਿਲਾ ਸਾਲ ਤੇ ਮੈਨੀ ਪੀਪਲ ਯੂ نو ਡਰ ਕੇ ਰਹਿੰਦੇ ਨੇ, ਯੂ نو ਦਬਾ ਦਬੂ ਕੇ ਕਈ ਜਗ੍ਹਾ ਇਹੋ ਜਿਹੀ ਹੁੰਦੀ ਹੈ ਕੰਮ ਤੇ ਲਵਾ ਲੈਂਦੇ ਨੇ, ਕੰਮ ਕਰਾ ਕੇ ਮਹੀਨਾ ਪੈਸੇ ਨਹੀਂ ਦਿੰਦੇ ਹੈਗੇ। ਸੋ ਇਟਸ ਵੈਰੀ ਟਫ ਫॉर द ਫਰਸਟ ਈਅਰ ਤੇ ਅਨਲੈਸ ਕੋਈ ਜਾਣ ਪਛਾਣ ਹੋਵੇ ਇੱਥੇ ਹੋਵੇ ਨਾ। ਐਂਡ ਸੋ ਇਟਸ ਵੈਰੀ ਇੰਪੋਰਟੈਂਟ ਕਿ ਜੇ ਤੁਸੀਂ ਆਓ ਬੀ ਪ੍ਰੀਪੇਅਰਡ। ਬਹੁਤ ਲੋਕੀ ਹੁੰਦੇ ਨੇ ਕਿ ਇੰਡੀਆ ਦੇ ਰਿਸ਼ਤੇਦਾਰ ਹੁੰਦੇ ਨੇ, ਕਹਿ ਦਿੰਦੇ ਕਿ ਕੋਈ ਨਹੀਂ ਆ ਜਾਓ, ਮੈਂ ਤੁਹਾਡੀ ਹੈਲਪ ਕਰ ਦੂੰ, ਕੁਛ ਵੀ ਹੈਗਾ ਵਾ। ਇੱਥੇ ਪਹੁੰਚਦੇ ਕੈਂਪਾਂ ਵਿੱਚ ਤੇ ਬਾਅਦ 'ਚ ਫੋਨ ਚੱਕਣਾ ਹਟ ਜਾਂਦੀ ਹੈਗੀ ਆ, ਤੇ ਬੜੀ ਮਾੜੀ ਗੱਲ ਆ। ਕਦੀ ਕਿਸ ਨੂੰ ਲਾਰਾ ਨਾ ਲਾਓ ਜੀ। ਹਾਂਜੀ, ਤੇ ਦੈਟਸ ਵੈਰੀ ਬੈਡ। ਜੇ ਤੁਸੀਂ ਕ੍ਰਾਈਮ ਦੀ ਗੱਲ ਕਰਦੇ ਹੈਗੇ, ਆਈ ਪਰਸਨਲੀ ਮੈਂ ਨਹੀਂ ਦੇਖਿਆ ਕਿ ਆਪਣੀ ਕਮਿਊਨਿਟੀ ਚੋਰੀਆਂ ਹਾਂਜੀ ਜ਼ਰੂਰ ਦੇਖੀਆਂ ਵਾ, ਯੂ نو ਸੁਣਿਆ ਬਹੁਤ ਹੈਗਾ ਇੱਥੇ ਟਰੱਕਿੰਗ ਇੰਡਸਟਰੀ ਦੇ ਵਿੱਚ ਹੀ ਰੋਡ ਚੋਰੀਆਂ ਹੋ ਗਈਆਂ, ਯੂ نو ਕਾਰਗੋ ਥੈਫਟ ਨਹੀਂ ਕਹਿ ਦਿੰਦੇ ਹੈਗੇ ਆ, ਵਿਚ ਇਜ਼ ਵੈਰੀ ਬਹੁਤ ਜ਼ਿਆਦਾ ਰਾਈਜ਼ ਤੇ ਹੈਗੀ ਆ ਪਿਛਲੇ ਕੁਛ ਮਹੀਨਿਆਂ ਤੋਂ। ਤੇ ਇੰਸ਼ੋਰੈਂਸ ਕੰਪਨੀ ਦੇ ਉੱਤੇ ਬਹੁਤ ਕ੍ਰੈਕਡਾਊਨ ਕਰ ਰਹੀ ਹੈ, ਪੁਲਿਸ ਉੱਤੇ ਬਹੁਤ ਕ੍ਰੈਕਡਾਊਨ ਕਰ ਰਹੀ ਹੈਗੀ ਆ। ਤੇ ਯੂ نو ਇਹ ਬਹੁਤ ਚਿਰ ਦੀ ਲੰਬੀ ਗੇਮ ਨਹੀਂ ਕਿ ਤੁਸੀਂ ਕਰ ਕਰਕੇ ਨਿਕਲ ਜਾਓਗੇ ਐਂਡ ਇੱਕ ਦਿਨ ਯੂ نو ਸਾਰੇ ਹੱਥ ਆ ਜਾਂਦੇ ਹੈਗੀ ਆ। ਰਾਈਟ। ਐਂਡ ਡਰੱਗਸ ਆਈ ਡੋਨਟ ਥਿੰਕ ਮੈਂ ਕਦੀ ਸੁਣਿਆ ਹੋਵੇ ਕਿ ਆਪਣੀ ਯੂ نو ਪੰਜਾਬੀ ਕਮਿਊਨਿਟੀ ਸੁਣਿਆ ਜ਼ਰੂਰ ਹੈਗਾ ਵਾ ਕਿ ਯੂ نو ਦੇ ਮੂਵ ਸਟਫ, ਜਿਵੇਂ ਕੈਨੇਡਾ ਵਿੱਚ ਸੁਣਿਆ ਹੈਗਾ ਵਾ, ਪਰ ਇੱਥੇ ਮੈਂ ਨਹੀਂ ਕਹਿ ਸਕਦਾ ਕਿ ਮੈਂ ਸੁਣਿਆ ਹੋਵੇ ਕਿ ਨਹੀਂ ਦੇਖਿਆ ਹੋਵੇ ਅਜੇ ਤੱਕ ਕੋਈ ਆਪਣਾ ਪੰਜਾਬੀ ਗੈਂਗ ਜਿਹੜਾ ਡਰੱਗ ਦਾ ਕੰਮ ਕਰਦਾ ਹੋਵੇ। ਦੈਟ ਆਈ ਡੋਨਟ ਨੋ। ਚਲੋ ਬਹੁਤ ਵਧੀਆ ਗੱਲ ਹੈ, ਤੁਸੀਂ ਨਹੀਂ ਸੁਣਿਆ, ਪਰ ਇਹ ਬਹੁਤ ਵੱਡੀ ਗਿਣਤੀ ਵਿੱਚ ਹੈਗੇ ਨੇ ਕੈਨੇਡਾ ਵਿੱਚ ਵੀ, ਅਮਰੀਕਾ ਵਿੱਚ ਵੀ, ਜਿਹੜੇ ਡਰੱਗ ਗੈਂਗ ਦੇ ਵਿੱਚ ਸਾਡੇ ਹੀ ਜਿਹੜੇ ਬਸ਼ਿੰਦੇ ਨੇ ਉਹ ਹੌਲੀ ਹੌਲੀ ਜਾ ਰਹੇ ਨੇ। ਪਰ ਅਸੀਂ ਕੋਸ਼ਿਸ਼ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਮੋਟੀਵੇਟ ਕਰ ਸਕੀਏ ਔਰ ਉਹਨਾਂ ਨੂੰ ਇੱਕ ਚੰਗੇ ਰਾਹ ਤੇ ਆ ਸਕੀਏ। ਪਰ ਬਹੁਤ ਬਹੁਤ ਸ਼ੁਕਰੀਆ ਅਵਤਾਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਹੀਰਾ ਸਿੰਘ ਜੀ। ਜੀ ਕੁਝ ਕਹਿਣਾ ਚਾਹ ਰਹੇ ਹੋ? ਅਖੀਰ ਤੁਸੀਂ ਗੱਲ ਮੈਂਸ਼ਨ ਕੀਤੀ ਹੈਗੀ ਆ, ਜਿਵੇਂ ਤੁਸੀਂ ਕਹਿ ਰਹੇ ਹੋ ਅੱਜ ਕੱਲ੍ਹ ਗਾਣੇ ਬੜੇ ਬਣ ਰਹੇ ਇਹਦੇ ਉੱਤੇ। ਹਾਂ, ਇੱਕ ਗਾਣਾ ਬੜਾ ਚੱਲਿਆ ਹੈਗਾ ਬਲੈਕ ਕਰਦੇ ਜੀ, ਤੇ ਜਿਵੇਂ ਹੁਣ ਬੱਚਿਆਂ ਨੇ ਜਿਨ੍ਹਾਂ ਦੀ ਉਮਰ 12 ਸਾਲ 14 ਸਾਲ ਜਿਹੜੇ ਗੱਡੀ ਨਹੀਂ ਚਲਾਉਂਦੇ, ਉਹਨਾਂ ਨੇ ਇਵੇਂ ਦੇ ਗਾਣੇ ਪਾਣੇ, ਵੀਡੀਓ ਬਣਾਉਣੀ ਉਹਨਾਂ ਨਾਲ, ਤੇ ਉਹ ਬੈਡ ਇਨਫਲੂਐਂਸ ਹੀ ਹੈਗਾ ਜੇ ਆਪਾਂ ਬਿਲਕੁਲ ਕਿ ਆਪਾਂ ਬਲੈਕ ਕਰਦੇ ਕੋਈ ਚੰਗੀ ਗੱਲ ਤੇ ਨਹੀਂ, ਤੁਸੀਂ ਉਹਦੀ ਜੇ ਫੁਕਰੀ ਮਾਰੋ ਉਹ ਵੀ ਕੋਈ ਚੰਗੀ ਗੱਲ ਨਹੀਂ ਹੈਗੀ। ਤੇ ਉਵੇਂ ਦੇ ਗਾਣੇ ਬਣਾਉਣਾ ਚਲੋ ਸ਼ੌਂਕ ਹੈਗਾ, ਮਾੜਾ ਨਹੀਂ ਕਹਿਣਾ ਚਾਹੀਦਾ, ਬਟ ਜਿਹੜੀ ਯੂਥ ਹੈਗੀ ਆ they tend to think when listening to songs like this ਕਿ ਓਕੇ ਹੈਗਾ ਕਰਨ ਲਈ, ਕਿ it becomes more normal। ਬਹੁਤ ਵਾਰੀ ਹੁੰਦਾ ਜਿਵੇਂ ਆਪਾਂ ਕਮਿਊਨਿਟੀ 'ਚ ਦੇਖੀਏ, ਜਦੋਂ ਕੋਈ ਕੰਮ ਕੋਈ ਗਲਤ ਕਰਦਾ ਵਾ ਕਹਿ ਦਿੰਦੇ ਕਿ ਸਾਰੇ ਕਰਦੇ ਹੈਗੇ ਆ ਆਪਣੇ ਨੂੰ ਜਸਟੀਫਾਈ ਕਰਨ ਲਈ, stuff like that। so when songs are being made ਕਿ ਬਲੈਕ ਕਰਦੇ ਆ ਜਾਂ ਕਹਿੰਦੇ ਆ ਜੀ, you know
ਗਾਣਾ ਸੁਣਿਆ ਸੀ ਕਿਹੜੇ ਪਿੱਛੇ ਜੀ ਚਿੱਟੇ ਦਾ ਕੇਸ ਪੈ ਗਿਆ something like that you know I feel like it makes people comfortable, you know, gives justification ਤੇ ਇੱਕ ਓਪਨ ਕਰਦਾ ਸਾਈਡ ਜਿਹੜਾ ਕਿ ਨਹੀਂ ਆਪਾਂ ਹੁਣ ਉਹਦੇ ਤੇ ਬੰਦੇ ਪ੍ਰਾਊਡ ਕਰ ਰਹੇ ਹੈਗੇ ਆ ਗੱਡੀਆਂ ਦਿਖਾਣੀਆਂ ਵੀਡੀਓ ਵਿੱਚ ਵੱਡੀਆਂ ਤੇ ਉੱਪਰ ਗਾਣਾ ਲਾਉਣਾ ਨਹੀਂ ਹੁੰਦਾ ਤੇ it does you know put bad influence on the youth ਜਿਹੜੇ ਬਿਲਕੁਲ ਸਟਰਗਲ ਕਰ ਰਹੇ ਹੋਣ ਯੂਥ ਨੂੰ ਮੋਟੀਵੇਟ ਕਰਦੇ ਹੋਏ ਗਾਣੇ ਬਣਨੇ ਚਾਹੀਦੇ ਆ, ਯੂਥ ਨੂੰ ਵਿਗਾੜਨ ਲਈ ਨਹੀਂ, ਵਿਗਾੜਨ ਵਾਲੇ ਗਾਣੇ ਨਹੀਂ ਬਣਨੇ ਚਾਹੀਦੇ। ਸੋ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ, ਜਾਂਦੇ ਜਾਂਦੇ ਵੀ ਬਹੁਤ ਵਧੀਆ ਤੁਸੀਂ ਇੰਪੈਕਟ ਛੋੜਿਆ ਔਰ ਯੂਥ ਨੂੰ ਬੜਾ ਚੰਗਾ ਤੁਸੀਂ ਇੱਕ ਲੈਸਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਹੀਰਾ ਸਿੰਘ, ਬਹੁਤ ਬਹੁਤ ਸ਼ੁਕਰੀਆ ਅਵਤਾਰ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਔਰ ਇਹ ਸੀ ਸਾਡੇ ਅੱਜ ਦੇ ਸਿੱਖ ਹਾਈ ਫਲਾਰ ਪਿਓ ਪੁੱਤਰ ਦੀ ਜੋੜੀ, ਫੌਂਟਾਨਾ ਸ਼ਹਿਰ ਵਿੱਚ ਰਹਿੰਦੇ ਨੇ ਔਰ ਹੀਰਾ ਟਰਾਂਸਪੋਰਟ ਦੇ ਓਨਰ ਨੇ, ਪਰ ਕਿਤੇ ਨਾ ਕਿਤੇ ਜ਼ਰੂਰ ਜਦੋਂ ਬਿਜ਼ਨਸਮੈਨ ਅੱਗੇ ਵਧਦੇ ਨੇ ਪਰ ਆਪਣੀ ਜੜ੍ਹਾਂ ਨਾਲ ਵੀ ਮਜ਼ਬੂਤ ਰਹਿੰਦੇ ਨੇ। ਔਰ ਅੱਜ ਇਹਨਾਂ ਦੋਨਾਂ ਦੀ ਜਿਹੜੀ ਜੋੜੀ ਹੈਗੀ ਹੈ ਪਿਓ ਪੁੱਤਰ ਦੀ, ਉਸ ਨਾਲ ਮਿਲ ਕੇ ਸਾਨੂੰ ਇਹ ਬੜਾ ਵਧੀਆ ਮਿਲਿਆ। ਜਿਵੇਂ ਹੀਰਾ ਸਿੰਘ ਜੀ ਨੇ ਦੱਸਿਆ ਕਿ ਅੱਜ ਸਾਨੂੰ ਯੂਥ ਨੂੰ ਮੋਟੀਵੇਟ ਕਰਨ ਦੀ ਜ਼ਰੂਰਤ ਹੈ ਕਿ ਚੰਗੇ ਰਾਹ ਜਿਹੜਾ ਔਖਾ ਜ਼ਰੂਰ ਹੁੰਦਾ ਪਰ ਚੰਗਾ ਰਾਹ ਜਿਹੜਾ ਹੁੰਦਾ ਹੈ ਫਿਊਚਰ ਲਈ ਤੁਹਾਡੇ ਬੜਾ ਅਹਿਮੀਅਤ ਰੱਖਦਾ। ਸੋ ਤੁਸੀਂ ਆਪਣੇ ਆਪ ਨੂੰ ਸਵਾਰਨਾ ਜਾਂ ਵਿਗਾੜਨਾ ਤੁਹਾਡੇ ਆਪਣੇ ਹੱਥ 'ਚ ਹੈ। ਪ੍ਰੋਗਰਾਮ ਸਾਡਾ ਜਿਹੜਾ ਸੀਗਾ ਇਸੇ ਨਾਲ ਤਾਲੁਕ ਰੱਖਦਾ ਹੈ ਕਿ ਜੋ ਵੱਖ-ਵੱਖ ਲੋਕਾਂ ਦੇ ਐਕਸਪੀਰੀਅੰਸ ਹੈਗੇ ਨੇ, ਉਹਨਾਂ ਦੀ ਸਟਰਗਲ ਲਾਈਫ ਹੈ, ਉਹ ਤੁਹਾਡੇ ਤੱਕ ਪਹੁੰਚਾਈ ਜਾਏ ਤਾਂ ਕਿ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ। ਸੋ ਇਹ ਸੀ ਸਾਡਾ ਅੱਜ ਦਾ ਸਿੱਖ ਹਾਈ ਫਲਾਰ। ਮੈਨੂੰ ਯਾਨੀ ਭਲੰਦਰ ਸਿੰਘ ਵਰਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।